ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਮੈਂ ਸਟੂਡੀਓ ਤੋਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਅੱਜ ਟੋਰਾਂਟੋ ਦੇ ਇੱਕ ਜਾਣੇ ਪਛਾਣੇ ਸਾਡੇ ਵਿਦਵਾਨ ਨੇ ਡਾਕਟਰ ਸੁਲੇਮਾਨ ਨਾਜ਼ਰੀ, ਜਿਨ੍ਹਾਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਮਹਾਰਤ ਹੈ। ਉਹਨਾਂ ਨਾਲ ਅਸੀਂ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜਾ ਟੀਵੀ ਸਕਰੀਨ 'ਤੇ ਚੱਲ ਰਹੀ ਸਕ੍ਰਿਪਟ ਦੇ ਰਾਹੀਂ ਤੁਹਾਨੂੰ ਜ਼ਰੂਰ ਪਤਾ ਚੱਲ ਗਿਆ ਹੋਵੇਗਾ। ਹਿਊਮਨ ਰਾਈਟਸ ਦੇ ਉੱਤੇ ਅਸੀਂ ਗੱਲ ਕਰਾਂਗੇ, ਮਨੁੱਖੀ ਅਧਿਕਾਰ, ਜੀਵਨ ਦਾ ਅਧਿਕਾਰ, ਤੇ ਖਾਸ ਕਰਕੇ ਭਾਰਤ ਦੇ ਸੰਦਰਭ 'ਚ ਗੱਲ ਕਰਾਂਗੇ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਉੱਤੇ ਕਿੰਨਾ ਕੁ ਪਹਿਰਾ ਦਿੱਤਾ ਜਾਂਦਾ ਹੈ, ਕਿਉਂਕਿ ਭਾਰਤ ਇੱਕ ਡੈਮੋਕ੍ਰੇਟਿਕ ਮੁਲਕ ਹੈ ਔਰ ਕਿਹਾ ਜਾਂਦਾ ਹੈ ਕਿ 75 ਸਾਲ ਦੀ ਆਜ਼ਾਦੀ ਹੋ ਗਈ ਆ ਤੇ ਬੜੀਆਂ ਡੀਪ ਰੂਟਡ ਸਾਡੀਆਂ ਜਿਹੜੀਆਂ ਨੇ ਡੈਮੋਕ੍ਰੇਟਿਕ ਵੈਲਿਊਜ਼ ਉੱਥੇ ਹਨ, ਪਰ ਅਸਲ 'ਚ ਕੀ ਉੱਥੇ ਹਨ, ਇਹਦੇ 'ਤੇ ਅਸੀਂ ਡਾਕਟਰ ਨਾਜ਼ਰ ਨਾਲ ਕਰਾਂਗੇ ਗੱਲਬਾਤ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਜੀ ਆਇਆਂ ਨੂੰ। ਧੰਨਵਾਦ ਜੀ ਹਰਜੀਤ ਜੀ, ਔਰ ਥੈਂਕ ਯੂ ਬਹੁਤ ਬਹੁਤ। ਆਪਣੇ ਜਿਹੜੇ ਦਰਸ਼ਕ ਉਹਨਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਅਤੇ ਅੱਜ ਅਸੀਂ ਉਸ ਦੁੱਖ ਦੀ ਰਗ ਦੇ ਉੱਤੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕਿ 1947 ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਇੱਕ ਡੈਮੋਕ੍ਰੈਟਿਕ ਪਾਰਟੀ, ਡੈਮੋਕ੍ਰੈਟਿਕ ਸਿਸਟਮ ਜਿਹੜਾ ਉਹਨੂੰ ਅਪਣਾਇਆ ਉਹਨੇ, ਇੱਕ ਸੈਕੂਲਰ ਸਟੇਟ ਡੈਮੋਕ੍ਰੈਟਿਕ ਰਿਪਬਲਿਕ ਜਿਹਦਾ ਨਾਂ ਸੀ। ਅਤੇ ਇਹਦੇ ਵਿੱਚ ਅਸੀਂ ਇਹ ਵੀ ਦੇਖਾਂਗੇ ਕਿ ਕਿੰਨੇ ਕੁ ਸਾਨੂੰ ਅਧਿਕਾਰ ਮਿਲੇ ਅਤੇ ਕਿੰਨੇ ਕੁ ਨਹੀਂ ਮਿਲੇ ਅਤੇ ਕੀ ਕੁਛ ਹੋ ਰਿਹਾ। ਅਤੇ ਮੈਂ ਜੋ ਕੁਛ ਤੁਸੀਂ ਹੁਕਮ ਕਰੋਗੇ, ਜੋ ਕੁਛ ਮੈਨੂੰ ਪੁੱਛੋਗੇ, ਤੁਹਾਡੇ ਨਾਲ ਹਰਜੀਤ ਜੀ ਗੱਲਬਾਤ ਦੇ ਵਿੱਚ ਜੀ। ਅੱਛਾ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹਾਂ ਕਿ ਹਰ ਵਿਅਕਤੀ ਦਾ ਆਪਣੇ ਦੇਸ਼ ਪ੍ਰਤੀ ਇੱਕ ਲਗਾਓ ਹੁੰਦਾ, ਸਨੇਹ ਹੁੰਦਾ, ਪਿਆਰ ਹੁੰਦਾ, ਜਿਹਨੂੰ ਅਸੀਂ ਵਤਨ ਪ੍ਰਸਤੀ ਕਹਿੰਦੇ ਹਾਂ। ਪਰ ਜਿਹੜਾ ਸ਼ਬਦ ਰਾਸ਼ਟਰਵਾਦ ਹੈ, ਉਹਨੇ ਵਤਨ ਪ੍ਰਸਤੀ ਦੇ ਜਿਹੜੇ ਮਾਇਨੇ ਆ ਉਹ ਲਗਭਗ ਬਦਲ ਦਿੱਤੇ ਆ। ਅੱਜ ਤੁਸੀਂ ਜਿੰਨੇ ਚਾਹੇ ਵਤਨ ਪ੍ਰਸਤ ਵੀ ਹੋ, ਤੁਹਾਨੂੰ ਕੋਈ ਵੀ ਸਰਕਾਰ ਰਾਸ਼ਟਰ ਧਰੋਹ ਦਾ ਖਿਤਾਬ ਦੇ ਕੇ ਲਾਂਭੇ ਕਰ ਸਕਦੀ ਆ ਕਿ ਤੁਸੀਂ ਸਰਕਾਰ ਦੀਆਂ ਨੀਤੀਆਂ ਦੇ ਅਨੁਕੂਲ ਜਿਹੜਾ ਆ ਉਹ ਗੱਲ ਨਹੀਂ ਕੀਤੀ। ਸੋ ਰਾਸ਼ਟਰਵਾਦ ਤੇ ਵਤਨ ਪ੍ਰਸਤੀ, ਇਹਨਾਂ ਦੋਵਾਂ ਦਾ ਕੀ ਵਖਰੇਵਾਂ ਹੈ ਤੇ ਕੀ ਇਹ ਲਗਭਗ ਇੱਕੋ ਹੀ ਸ਼ਬਦ ਹੈ ਜਾਂ ਦੋ ਅਲੱਗ-ਅਲੱਗ ਚੀਜ਼ਾਂ ਨੇ, ਰਾਸ਼ਟਰਵਾਦ ਤੇ ਵਤਨ ਪ੍ਰਸਤੀ ਜਾਂ ਵਤਨ ਨਾਲ ਪਿਆਰ? ਅਸਲ ਵਿੱਚ ਜਦੋਂ ਕੋਈ ਚੀਜ਼ ਸਟਾਰਟ ਹੁੰਦੀ ਆ ਉਦੋਂ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਇਹ ਸਾਰੇ ਦਾ ਸਾਰਾ ਅਸੀਂ ਵਤਨ ਪ੍ਰਸਤੀ ਕਰ ਰਹੇ। ਮਿਸਾਲ ਦੇ ਤੌਰ 'ਤੇ 15ਵੀਂ 14ਵੀਂ ਸਦੀ ਤੋਂ ਲੈ ਕੇ ਜਿਹੜਾ ਆਪਣੇ ਗਦਰੀ ਬਾਬੇ ਆਏ ਅਤੇ ਬਾਅਦ ਦੇ ਵਿੱਚ ਜਿਹੜੀ ਰੈਵੋਲਿਊਸ਼ਨਰੀ ਲਹਿਰ ਚੱਲੀ, ਜਿਹਦੇ ਵਿੱਚ ਭਗਤ ਸਿੰਘ ਸ਼ਹੀਦ ਔਰ ਸਾਰੇ ਮਤਲਬ ਸ਼ਾਮਲ ਹੋਏ, ਇਹ ਅਸਲ ਦੇ ਵਿੱਚ ਤਾਂ ਸਾਡੇ ਲਈ ਪਹਿਲੋਂ ਉਹਦੀ ਜਿਹੜੀ ਹਾਲਤ ਆ ਉਹ ਇੱਕ ਵਤਨ ਪ੍ਰਸਤੀ ਦੀ ਹੀ ਸੀ, ਜਿਹਨੂੰ ਤੁਸੀਂ ਰਾਸ਼ਟਰਵਾਦ ਵੀ ਕਹਿ ਸਕਦੇ ਹੋ। ਪਰ ਹੁੰਦਾ ਇਹ ਆਇਆ ਕਿ ਜਦੋਂ ਤੁਸੀਂ ਵਤਨ ਪ੍ਰਸਤੀ ਨੂੰ ਉਹਦੀਆਂ ਹੱਦਾਂ ਤੋਂ ਬਾਹਰ ਲੈ ਜਾਂਦੇ ਹੋ ਅਤੇ ਤੁਸੀਂ ਅਚੀਵਮੈਂਟ ਕਰ ਰਹੇ, ਤਾਂ ਇੱਕ ਸ਼ਬਦ ਆਉਂਦਾ ਅੰਗਰੇਜ਼ੀ ਦੇ ਵਿੱਚ, ਉਹਨੂੰ ਕਹਿੰਦੇ ਫਾਸਿਜ਼ਮ ਦਾ ਮਤਲਬ ਹੈ ਕਿ ਕੁਛ ਸ਼੍ਰੇਣੀਆਂ ਦੇ ਲੋਕ ਜਾਂ ਕੁਛ ਲੋਕ ਉਸ ਹਾਲਾਤ ਨੂੰ ਆਪਣੇ ਕਾਬੂ 'ਚ ਪਾ ਕੇ ਲੋਕਾਂ ਨੂੰ ਫਿਰ ਗੁਲਾਮ ਬਣਾ ਦਿੰਦੇ। ਅਤੇ ਜਿਹੜੀ ਉਹ ਵਤਨ ਪ੍ਰਸਤੀ ਭਗਤ ਸਿੰਘ ਸ਼ਹੀਦ ਅਤੇ ਉਹਨਾਂ ਦੇ ਸਾਥੀਆਂ ਨੇ ਤਾਂ ਗਦਰੀ ਬਾਬਿਆਂ ਨੇ, ਸ਼ਹੀਦਾਂ ਨੇ ਮਤਲਬ ਆਪਣੀ ਸ਼ਹਾਦਤ ਦੇ ਕੇ ਉਹ ਹਾਸਲ ਕੀਤੀ, ਜੇ ਅੱਜ ਵੀ ਉਹ ਕਾਇਮ ਰਹਿੰਦੀ ਅਤੇ ਹੋ ਸਕਦਾ ਜਿਹੜੀ ਵਤਨ ਪ੍ਰਸਤੀ ਦੀ ਜਾਂ ਜੇ ਰਾਸ਼ਟਰਵਾਦ ਦੀ ਗੱਲ ਅੱਜ ਹੋ ਰਹੀ ਹੈ ਉਹਦੇ ਵਿੱਚ ਹੀ ਬਦਲ ਜਾਣੀ ਸੀ। ਉਹਦੀ ਵਜ੍ਹਾ ਇਹ ਆ ਕਿ ਉਹਨਾਂ ਦਾ ਜੋ ਕੁਛ ਵੀ ਉਹਨਾਂ ਨੇ ਕਰਨਾ ਜਾਂ ਜੋ ਕੁਛ ਕਿਹਾ ਸੀਗਾ ਉਹਦੇ ਉੱਤੇ ਕਿਸੇ ਨੇ ਅਮਲ ਨਹੀਂ ਕੀਤਾ। ਤਾਂ ਮੈਂ ਤਾਂ ਇਹਨੂੰ ਇਹ ਕਹੂੰਗਾ ਕਿ ਅੱਜ ਇੱਦਾਂ ਲੱਗਦਾ ਕਿ ਜੇ ਅੱਜ ਭਗਤ ਸਿੰਘ ਸ਼ਹੀਦ ਆ ਕੇ ਪੁੱਛੇ ਤਾਂ ਇਹ ਪੁੱਛੇਗਾ ਕਿ ਕੀ ਮੈਂ ਇਸ ਆਜ਼ਾਦੀ ਦੀ ਗੱਲ ਕਰਦਾ ਸੀ ਜਿਹੜੀ ਤੁਸੀਂ ਅੱਜ ਲੈ ਕੇ ਬੈਠੇ ਹੋ। ਇਸ ਲਈ ਜੇ ਉਹ ਆਜ਼ਾਦੀ ਆਪਣੇ ਆਪ ਦੇ ਵਿੱਚ ਕੋਈ ਅਰਥ ਹੀ ਨਹੀਂ ਰੱਖਦੀ ਅਤੇ ਕੁਝ ਲੋਕਾਂ ਦਾ ਹੀ ਸਾਡੇ ਉੱਤੇ ਰਾਜ ਹੁੰਦਾ, ਬੇਸ਼ੱਕ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਹੋਵੇ, ਤਾਂ ਇੱਕ ਬੁਰੀ ਤਰ੍ਹਾਂ ਫੇਲ ਹੋ ਕੇ ਡੈਮੋਕ੍ਰੈਟਿਕ ਜਿਹੜਾ ਲੋਕ ਰਾਜ ਆ ਉਹ ਫੇਲ ਹੋ ਜਾਂਦਾ ਅਤੇ ਉਹ ਵਤਨ ਪ੍ਰਸਤੀ ਦੇ ਵਿੱਚ ਹੀ ਤਬਦੀਲ ਹੋ ਜਾਂਦਾ ਅਲਟੀਮੇਟਲੀ। ਜਿਸ ਤਰ੍ਹਾਂ ਹੁਣ ਦੇਖੋ ਕਿ ਜਿਹੜੀ ਵਤਨ ਪ੍ਰਸਤੀ ਦੇ ਹਾਲਾਤ ਦੇ ਵਿੱਚ, ਰਾਸ਼ਟਰਵਾਦ ਦੇ ਵਿੱਚ, ਇਹ ਜੇ BJP ਪਾਰਟੀ ਜਿਹੜੀ ਆ ਇਹ ਸ਼ਾਮਲ ਹੋ ਰਹੀ ਆ, ਆਉਣ ਵਾਲੇ ਵਕਤ ਦੇ ਲਈ ਇਹ ਹਿੰਦੁਸਤਾਨ ਵਿੱਚ ਬੜੀ ਘਾਤਕ ਸਾਬਤ ਹੋਵੇ। ਜੀ,
ਜੀ ਅੱਛਾ ਡਾਕਟਰ ਸਾਹਿਬ, ਗੱਲ ਆਪਾਂ ਭਾਰਤ ਦੀ ਕਰਾਂਗੇ, ਉਸੇ ਦੇ ਸੰਦਰਭ 'ਚ ਹੀ ਜ਼ਿਆਦਾ ਗੱਲ ਕਰਨੀ ਆ, ਪਰ ਕਿਉਂਕਿ ਜਿਹੜਾ ਸੰਯੁਕਤ ਰਾਸ਼ਟਰ ਹੈ ਉਹਨਾਂ ਨੇ ਵੀ ਇੱਕ ਸੰਸਥਾ ਵਿੱਚ ਬਣਾਈ ਹੋਈ ਆ, ਮਨੁੱਖੀ ਅਧਿਕਾਰ ਸੰਸਥਾ, ਤੇ ਉਸ ਦਿਨ ਨੂੰ ਆਪਾਂ ਜਿਸ ਦਿਨ ਉਹਦੀ ਫਾਰਮੇਸ਼ਨ ਕੀਤੀ ਗਈ ਸੀ ਉਸ ਦਿਨ ਅਸੀਂ ਮਨੁੱਖੀ ਅਧਿਕਾਰ ਦਿਵਸ ਵੀ ਮਨਾਉਂਦੇ ਆ। ਸੋ ਜਿਹੜੀਆਂ ਇਹ ਇੰਟਰਨੈਸ਼ਨਲ ਸੰਸਥਾਵਾਂ ਨੇ ਜਿਨ੍ਹਾਂ ਦਾ ਕੰਮ ਜਿੱਥੇ ਇੱਕ ਪਾਸੇ ਇੱਕ ਦਾ ਉਹਨਾਂ ਨਿਗਰਾਨੀ ਕਰਨਾ ਜਾਂ ਵਾਚ ਡੌਗ ਦਾ ਕੰਮ ਕਰਨਾ ਹੁੰਦਾ ਹੈ ਕਿ ਦੁਨੀਆ ਭਰ ਦੇ ਜਿਹੜੇ ਮੁਲਕ ਨੇ, ਜਿਹੜੇ ਘੱਟੋ ਘੱਟ ਡੈਮੋਕ੍ਰੇਟਿਕ ਮੁਲਕ ਹੁੰਦੇ ਨੇ ਆਪਣੇ ਆਪ ਨੂੰ, ਉਹਨਾਂ ਵਿੱਚ ਮਨੁੱਖੀ ਜਿਹੜੇ ਅਧਿਕਾਰ ਨੇ ਉਹਨਾਂ ਦੀ ਹਾਲਤ ਕੀ ਆ। ਪਰ ਜਿਹੜੀ ਇਹ ਸੰਸਥਾ ਆ, ਕਦੀ ਇਹਦੀ ਸਿਵਾਏ ਦਿਨ ਮਨਾਉਣ ਤੋਂ ਜਾਂ ਕਦੀ ਕੋਈ ਸੰਮੇਲਨ ਕਰਨ ਤੋਂ ਇਲਾਵਾ ਗਤੀਵਿਧੀ ਕੋਈ ਜਾਂ ਉਹਨਾਂ ਦੀ ਰੋਕ ਟੋਕ ਜਾਂ ਮੁਲਕਾਂ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਬੰਦਸ਼ ਜਿਹੜੀ ਆ ਉਹ ਅਸੀਂ ਨਹੀਂ ਵੇਖਦੇ। ਇਹਦੇ ਪਿੱਛੇ ਕੀ ਕਾਰਨ ਨੇ? ਦੇਖੋ ਜੀ, ਇਹਦੇ ਪਿੱਛੇ ਇੱਕ ਕਾਰਨ ਵੱਡਾ ਇਹ ਆ ਕਿ ਪਹਿਲੋਂ ਜਿਹੜਾ ਜੋ ਕੁਝ ਬਣਾਇਆ ਗਿਆ ਪੱਛਮ ਨੇ, UN ਨੇ ਤੇ ਜਾਂ ਇਹਨਾਂ ਮੁਲਕਾਂ ਨੇ ਤਿਆਰ ਕੀਤਾ, UN ਦੇ ਵਿੱਚ ਜਿਹੜੀ ਸਿਕਿਉਰਿਟੀ ਕਾਉਂਸਲ ਨੇ, ਤੇ ਸਾਰਿਆਂ ਨੂੰ ਰਲ ਕੇ ਲਾ ਕੇ ਲੋਕਾਂ ਦੇ ਅਧਿਕਾਰ ਜਿਹੜੇ ਉਹ ਕਾਇਮ ਰਹਿ ਸਕਣ, ਉਹਨਾਂ ਨੂੰ ਬਚਾਇਆ ਜਾ ਸਕੇ, ਜਾਂ ਹਿਊਮਨ ਰਾਈਟਸ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਇਹ ਤਾਂ ਉਹਨਾਂ ਲੋਕਾਂ ਲਈ ਆ ਜਿਹੜੇ ਮੁਲਕਾਂ ਦੇ ਵਿੱਚ ਬਹੁਤ ਮੈਚਿਓਰ ਡੈਮੋਕ੍ਰੈਟਿਕ ਸਿਸਟਮ ਹੈ। ਮਿਸਾਲ ਦੇ ਤੌਰ 'ਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਹੈਗਾ, ਇੰਗਲੈਂਡ ਹੈ ਜਾਂ ਯੂਰਪ ਹੈਗਾ। ਹੁਣ ਜਿਹੜਾ ਸਵਾਲ ਸਾਡੇ ਸਾਹਮਣੇ ਪੈਦਾ ਹੁੰਦਾ ਹਿੰਦੁਸਤਾਨ ਦੇ ਸੰਦਰਭ ਦੇ ਵਿੱਚ, ਉਹ ਇਹ ਆ ਕਿ ਕੀ ਹਿੰਦੁਸਤਾਨ ਇੱਕ ਕੌਮ ਆ? ਇਸ ਤੋਂ ਪਹਿਲਾਂ ਕਿ ਅਸੀਂ ਇਹ ਡਿਟਰਮਨ ਕਰੇ ਕਿ ਉੱਥੇ ਹਿਊਮਨ ਰਾਈਟਸ ਕੀ ਅਰਥ ਰੱਖਦੇ, ਪਹਿਲਾਂ ਸਾਨੂੰ ਇਹ ਸਾਬਤ ਕਰਨਾ ਪਏਗਾ ਕਿ ਕੀ ਹਿੰਦੁਸਤਾਨ ਇੱਕ ਕੌਮ ਆ। ਰੂਸ਼ੋ ਇੱਕ ਬਹੁਤ ਵੱਡਾ, ਰਸ਼ਨ ਨਹੀਂ, ਰੂਸ਼ੋ ਇੱਕ ਬਹੁਤ ਵੱਡਾ ਫਿਲਾਸਫਰ ਹੋਇਆ ਫਰਾਂਸ ਦਾ। ਉਹਨੂੰ ਕਿਸੇ ਨੇ ਪੁੱਛਿਆ ਸੀ ਕੌਮ ਕਿਹਨੂੰ ਕਹਿੰਦੇ? ਹਾਂਜੀ। ਲਫ਼ਜ਼ ਤਾਂ ਵੈਸੇ ਉਹਦੀ ਟਰਾਂਸਲੇਸ਼ਨ ਵੀ ਜਿਹੜੀ ਅੰਗਰੇਜ਼ੀ 'ਚ ਕੀਤੀ ਉਹ ਇੰਨੀ ਮੁਸ਼ਕਿਲ ਆ, ਉਹਦਾ ਸਮਝ ਕੇ ਇਹਨੂੰ ਲੱਗਦਾ ਕਿ ਜਿੱਦਾਂ ਇਹਨਾਂ ਨੇ ਕੋਈ ਦਵਾਈ ਦਾ ਹੀ ਨਾਂ ਲਿਆ ਹੋ। ਅਤੇ ਉਹਦਾ ਟਰਾਂਸਲੇਸ਼ਨ ਜਿਹੜਾ ਬੇਕਨਸ ਨੇ ਕੀਤਾ ਸੀ ਉਹ ਇਹ ਸੀਗਾ, ਇੱਕ ਫਿਲਾਸਫਰ ਸੀਗਾ ਇੰਗਲੈਂਡ ਦਾ, ਉਹ ਕਹਿੰਦਾ ਸੀ A heterogeneous mass can never be called a nation unless a homogeneous unity is there. Heterogeneous ਦਾ ਮਤਲਬ ਆ ਜਿੱਦਾਂ ਅਸੀਂ ਇੱਕ ਥਾਂ 'ਤੇ ਰੇਤ ਪਾ ਦਿੰਦੇ, ਉਹ 'ਚ ਲੋਹਾ ਵੀ ਪਾ ਦਿਓ ਅਤੇ ਉਹਦੇ ਵਿੱਚ ਮਤਲਬ ਤੁਸੀਂ ਬਰਾਸ ਪਾ ਦਿਓ, ਤਾਂਬਾ ਪਾ ਦਿਓ ਅਤੇ ਉਹਨਾਂ ਨੂੰ ਰਲਾ ਕੇ ਕਹੋ, ਉਹ ਹੈਟਰੋਜਨਸ ਉਹਨੂੰ ਕਹਿੰਦੇ, ਕਿ ਅਲੱਗ ਅਲੱਗ ਤੱਤਾਂ ਜਾਂ ਭਾਗਾਂ ਦਾ ਇੱਕ ਮਿਲਗੋਬਾ ਜੀ, ਉਹ ਮਿਸ਼ਰਣ ਨਹੀਂ ਕਦੀ ਵੀ ਹੋ ਸਕਦਾ। ਹੋਮੋਜਨਸ ਦਾ ਮਤਲਬ ਹੈ ਜਿੱਥੇ ਯਕਜਹਿਤੀ ਜਿਹਨੂੰ ਕਹਿੰਦੇ, ਇੱਕ ਸੁਰਤਾ ਹੋਵੇ ਕੌਮ ਦੇ ਵਿੱਚ। ਇੱਕ ਸੁਰਤਾ ਦੇ ਵਿੱਚ ਉਹ ਗਾਂਹ ਜਾ ਕੇ ਇਹ ਲਿਖਦੇ ਕਿ ਇੱਕ ਸੁਰਤਾ ਹੋਣ ਦੇ ਵਿੱਚ ਜ਼ਰੂਰੀ ਆ ਉਸ ਕੌਮ ਦਾ ਇੱਕ ਧਰਮ ਹੋਵੇ, ਇੱਕ ਵਾਹਿਦ, ਉਸ ਕੌਮ ਦੀ ਇੱਕ ਬੋਲੀ ਹੋਵੇ, ਉਸ ਕੌਮ ਦਾ ਇੱਕ ਸੱਭਿਆਚਾਰ ਹੋਵੇ, ਉਸ ਕੌਮ ਦੀ ਇੱਕ ਬੋਲੀ ਹੋਵੇ ਤੇ ਇੱਕ ਹੀ ਤਰੀਕਾਕਾਰ ਨਾਲ ਉਹ ਰਹਿੰਦੇ ਹੋਣ। ਹੁਣ ਦੇਖੋ ਇੱਥੇ ਜਿਹੜੀ ਸਾਡੀ ਮੁਸ਼ਕਿਲ ਹੈ, ਜਿਸ ਕੌਮ ਤੋਂ ਅਸੀਂ ਆਏ ਹਾਂ, ਸਾਡੀ ਮੁਸ਼ਕਿਲ ਇਹ ਆ ਕਿ ਭਾਰਤ ਦੇ ਵਿੱਚ, ਮੇਰਾ ਥੋੜ੍ਹਾ ਜਿਹਾ ਠਾਂ ਜਿਹਾ ਹੋ ਜਾਂਦਾ ਟੈਲੀਫੋਨ, ਭਾਰਤ ਦੇ ਵਿੱਚ ਐਟ ਪ੍ਰੈਜ਼ੈਂਟ 1.2 ਬਿਲੀਅਨ ਲੋਕ ਰਹਿੰਦੇ, ਯੂ ਨੋ ਇਟ ਵੈਰੀ ਵੈਲ ਜੀ, ਠੀਕ ਹੈ ਜੀ। ਔਰ ਭਾਰਤ ਦੇ ਵਿੱਚ 700 ਜ਼ਬਾਨਾਂ, ਭਾਰਤ ਦੇ ਵਿੱਚ ਇਸ ਵੇਲੇ ਉਨੇ ਹੀ ਧਰਮ ਹੈ ਜਿੰਨੇ ਉੱਥੇ ਲੋਕ ਆ, ਜਾਂ ਮੋਟੇ ਮੋਟੇ ਧਰਮ ਕਹਿ ਲਓ ਕਿ ਚਲੋ ਹਿੰਦੂਇਜ਼ਮ ਕਹਿੰਦੇ ਕਿ ਇਸ 80% ਉੱਤੇ ਹਿੰਦੂ ਹੈਗੇ ਆ, ਉਹਦੇ ਥਾਂ ਆ ਜਾਓ ਤਾਂ ਉਹਦੇ ਵਿੱਚ ਇਸਲਾਮ ਹੈਗਾ 14%, ਉਹਦੇ ਬਾਅਦ ਕ੍ਰਿਸਚੈਨਿਟੀ ਆ ਜਾਂਦੀ ਹੈ, ਸਿੱਖੀਜ਼ਮ ਆਉਂਦਾ, ਜੈਨ ਆ ਜਾਂਦਾ, ਬੁੱਧਿਜ਼ਮ ਆ ਜਾਂਦਾ, ਅਤੇ ਫਿਰ ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਵਿੱਚ, ਹਰ ਜਗ੍ਹਾ ਦੇ ਉੱਤੇ ਹਰ ਆਦਮੀ ਦਾ ਆਪਣਾ ਆਪਣਾ ਧਰਮ। ਹੁਣ ਜਿਹੜਾ ਸਵਾਲ ਪੈਦਾ ਹੁੰਦਾ, ਜਿਹੜੀ ਮੁਸ਼ਕਿਲ ਸਾਡੀ ਕੌਮ ਲਈ ਜਾਂ ਸਾਡੇ ਲਈ, ਉਹ ਇਹ ਆ ਕਿ ਕੀ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਹਿੰਦੁਸਤਾਨ ਨੂੰ ਇੱਕ ਕੌਮ ਕਹਿ ਸਕਦੇ? ਕਦੀ ਵੀ ਨਹੀਂ। ਜਿੱਥੇ ਇੱਕ ਮੁਲਕ ਦੇ ਵਿੱਚ 700 ਜ਼ਬਾਨਾਂ ਬੋਲੀਆਂ ਜਾ ਸਕਦੀਆਂ, ਉਹ ਹੋਮੋਜਨਸ ਜਾਂ ਇੱਕ ਸੁਰਤਾ ਦੀ ਕੌਮ ਕਿਵੇਂ ਕਹੀ ਜਾ ਸਕਦੀ? ਦੇਖੋ, ਮੈਂ ਤੁਹਾਨੂੰ ਇੱਕ ਸੈਰ ਕਰਾਉਣਾ 7ਵੀਂ 8ਵੀਂ ਸਦੀ ਦੀ। ਹਾਂਜੀ ਜੀ, 7ਵੀਂ 8ਵੀਂ ਸਦੀ ਦੇ ਵਿੱਚ ਇੱਦਾਂ ਸੀ ਕਿ ਮਹਾਜਨ ਇੱਕ ਬਹੁਤ ਵੱਡਾ ਕਬੀਲਾ ਸੀ ਜਿਹੜਾ ਯੂਪੀ ਤੱਕ ਰਾਜ ਸੀਗਾ, ਅਤੇ ਕੰਬੋਜਾ ਕਬੀਲਾ ਸੀ, ਜਾਂ ਰਾਜਪੂਤ ਸੀਗੇ ਜਿਹੜੇ,
ਤੇ ਉਹਨਾਂ ਦਿਨਾਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਸਾਡੇ ਤੇ ਅਸਰ ਜਿਹੜਾ ਹੋਇਆ ਉਹ ਇਸਲਾਮ ਦਾ ਹੋਇਆ। ਤਾਂ ਮੁਹੰਮਦ ਬਿਨ ਕਾਸਮ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤੇ ਦਾਵਰ ਦੇ ਬਾਦਸ਼ਾਹ ਨੂੰ ਉਹਨੇ ਕਤਲ ਕਰਕੇ 3000 ਜਿਹੜੇ ਲੋਕ ਸੀ ਪੰਜਾਬ ਦੇ ਵਿੱਚ ਉਹ ਕਤਲ ਕਰਦੇ। ਅੱਛਾ, ਹੁਣ ਹੈਰਾਨੀ ਵਾਲੀ ਗੱਲ ਆ ਕਿ ਉਧਰ ਤਾਂ ਇੰਨਾ ਕਤਲੇਆਮ ਹੋਇਆ ਤਾਂ ਸਿੰਧ ਤੇ ਸਾਰੇ ਪੰਜਾਬ ਦੇ ਉੱਪਰਲੇ ਹਿੱਸੇ 'ਚ ਉਹਦਾ ਕਬਜ਼ਾ ਹੋ ਗਿਆ, ਕਰਾਚੀ ਤੱਕ ਜੀ। ਉਹ 3 ਸੋਨੇ ਚਾਂਦੀ ਹੀਰੇ ਜਵਾਹਰਾਤ ਦੀਆਂ ਬੇੜੀਆਂ ਭਰ ਕੇ ਇੱਥੋਂ ਲੈ ਕੇ ਗਿਆ ਸੀ ਮੁਹੰਮਦ ਬਿਨ ਕਾਸਮ। ਪਰ ਹੈਰਾਨੀ ਦੀ ਗੱਲ ਹੈ ਕਿ ਉਹਦੇ ਪੰਜਾਬ ਦੇ ਨਾਲ ਲੱਗਦਾ, ਪੰਜਾਬ ਨੂੰ ਬਹੁਤ ਵੱਡਾ ਹਰਿਆਣਾ ਹਰੂਣਾ ਤਾਂ ਬਣਿਆ ਨਹੀਂ ਸੀ, ਰਾਜਸਥਾਨ ਤੱਕ ਇਹ ਸੀ। ਰਾਜਸਥਾਨ ਦੇ ਰਾਜੇ ਤਾਂ ਪਰਲੇ ਪਾਸੇ ਮਹਾਜਨ ਜਿਹੜੇ ਸੀ ਗਰੁੱਪ ਜਾਂ ਜਿਹੜੇ ਕੰਬੋਜਾ ਬਰਾਦਰੀ ਦੇ ਲੋਕ ਸੀ, ਤਾਂ ਬਾਕੀ ਹਿੰਦੁਸਤਾਨ ਛੋਟੇ ਛੋਟੇ ਕਸਬਿਆਂ ਵਿੱਚ ਜਾਂ ਛੋਟੀਆਂ ਰਿਆਸਤਾਂ ਵਿੱਚ ਬਦਲਿਆ ਹੋਇਆ ਸੀ। ਉਹਨਾਂ ਨੇ ਉਹਦੀ ਕੋਈ ਮਦਦ ਨਹੀਂ ਕੀਤੀ ਔਰ ਉਹਨਾਂ ਨੂੰ ਕੋਈ ਇਹ ਪਤਾ ਨਹੀਂ ਲੱਗਾ ਕਿ ਕੀ ਰਾਜ ਤੇ ਸਾਡੇ ਤੇ ਬਾਹਰ ਕਿਸੇ ਨੇ ਹਮਲਾ ਕੀਤਾ ਜੀ। ਤੇ ਹਿੰਦੁਸਤਾਨ ਦੀ ਜਿਹੜੀ ਡਿਸਕਾਰਡ ਹੈ, ਇੱਕ ਦੂਏ ਨਾਲ ਜਿਹੜੀ ਇਕਸੁਰਤਾ ਦੀ ਹੋਂਦ ਹੈ, ਨਾ ਹੋਣਾ, ਅਨਹੋਂਦ ਹੈ, ਉਹਦਾ ਸਿਲਸਿਲਾ ਇੰਨਾ ਲੰਮਾ ਚੌੜਾ ਕਿ ਅੱਜ ਵੀ ਉਹ ਕਾਇਮ ਹੈ। ਮਿਸਾਲ ਦੇ ਤੌਰ ਤੇ ਅੱਜ ਹਿੰਦੁਸਤਾਨ ਦੇ ਵਿੱਚ ਜਿੱਦਾਂ ਦੀ ਆਜ਼ਾਦੀ ਬਣੀ ਹੈ 1947 ਦੇ ਵਿੱਚ ਸਾਡੇ ਕੋਲ ਆਜ਼ਾਦੀ ਆਈ, ਉਹਦੇ ਤੋਂ ਬਾਅਦ ਨਾਗਾਲੈਂਡ ਮਿਜ਼ੋਰਾਮ ਵਾਲੇ ਅਲੱਗ ਹਿੱਸਾ ਮੰਗਦੇ। ਮੈਂ ਉਹਨਾਂ 'ਤੇ ਬਲੇਮ ਨਹੀਂ ਕਰਦਾ ਕਿਉਂਕਿ ਹਿੰਦੁਸਤਾਨ ਦੀ ਜਿਹੜੀ ਕੰਟੈਂਟਸ ਐਂਡ ਪਰਪਸਿਸ ਆ ਉਹਦੇ ਜਿਹੜੀ ਮਿਲਗੋਬਾ ਬਣਿਆ ਹੋਇਆ ਉਹ ਇਸ ਕਿਸਮ ਦਾ ਹੀ ਹੈ। ਤਾਮਿਲਨਾਡੂ ਵਾਲੇ ਅਲੱਗ ਮੰਨਦੇ, ਕਸ਼ਮੀਰ ਅਲੱਗ ਮੰਨਦਾ, ਪੰਜਾਬ ਦੇ ਵਿੱਚ ਖਾਲਿਸਤਾਨ ਅਲੱਗ ਮੰਨਦਾ। ਇੱਕ ਮਹਾਰਾਸ਼ਟਰ ਜਾਂ ਭਾਰਤ ਜਿਹੜਾ ਉਹ ਹਿੰਦੂ ਮੰਗਦੇ। ਤਾਂ ਕੀ ਅਸੀਂ ਇਹਨਾਂ ਨੂੰ ਇੱਕ ਕੌਮ ਕਹਿ ਸਕਦੇ? ਕਦੇ ਵੀ ਨਹੀਂ ਬਣ ਸਕਦੀ। ਅੱਛਾ ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਮੁਹੰਮਦ ਬਿਨ ਕਾਸਮ ਦੇ ਭਾਰਤ ਵਿੱਚ ਜਿਹੜਾ ਜਾਣ ਦਾ ਤੇ ਤਸ਼ੱਦਦ ਦਾ, ਤੇ ਉਸ ਸਮੇਂ ਜਿੱਦਾਂ ਜਨਪਥ ਹੋਇਆ ਕਰਦੇ ਸੀ, ਜਨਪਦ ਉਹਨਾਂ ਨੂੰ ਕਹਿੰਦੇ, ਸ਼ਾਇਦ ਛੋਟੇ ਛੋਟੇ ਰਜਵਾੜੇ, ਤੇ ਜਿਹੜੀ ਗੱਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਨਾਂ 'ਚ ਇੰਨੀ ਇਕਸੁਰਤਾ ਨਹੀਂ ਸੀ ਕਿ ਉਹ ਮਿਲ ਕੇ ਮੁਕਾਬਲਾ ਕਰ ਸਕਦੇ। ਔਰ ਨਾਲੇ ਭਾਰਤ ਉਸ ਸਮੇਂ ਜਿਹੜੀਆਂ ਹਿੰਦੂ ਧਰਮ ਦੀਆਂ ਬੇਸਿਕ ਉਹ ਚੀਜ਼ਾਂ ਨੇ ਜਿਨ੍ਹਾਂ 'ਚੋਂ ਗ੍ਰਸਿਆ ਪਿਆ ਸੀਗਾ ਕਰਮਕਾਂਡਾਂ ਵਿੱਚ, ਜਿੱਦਾਂ ਅੱਜ ਵੀ ਚੱਲ ਰਿਹਾ ਗਊ ਪੂਜਾ, ਗਊ ਦਾ ਪਿਸ਼ਾਬ ਪੀਣਾ, ਗਊ ਗੋਬਰ ਦੀ ਕਰਨਾ, ਇਸ ਤਰ੍ਹਾਂ ਦੇ ਹਾਲਾਤਾਂ 'ਚ ਜੰਤਰ ਮੰਤਰ ਤੰਤਰ ਵਿੱਚ ਪਿਆ ਸੀ। ਬਾਬੇ ਨਾਨਕ ਨੂੰ ਵੀ ਕਹਿਣਾ ਪਿਆ ਬਾਬਰ ਦੇ ਹਮਲੇ ਵੇਲੇ ਕਿ ਕੋਈ ਜਿਸ ਤਰ੍ਹਾਂ ਉਸ ਸਮੇਂ ਦੇ ਪੰਡਤ ਕਹੀ ਜਾਂਦੇ ਸੀ ਕਿ ਹਿੰਦੁਸਤਾਨ 'ਤੇ ਕੋਈ ਹਮਲਾ ਕਰੇਗਾ ਤਾਂ ਅੰਨਾ ਹੋ ਜਾਏਗਾ, ਇਹ ਹੋ ਜਾਏਗਾ। ਗੁਰੂ ਬਾਬੇ ਨੇ ਵੀ ਕਿਹਾ ਕਿ ਇੱਦਾਂ ਦਾ ਕੁਛ ਨਹੀਂ ਹੋਇਆ ਤੇ ਨਾ ਹੀ ਹੁੰਦਾ ਆ। ਸੋ ਜਿਹੜੀ ਗੱਲ ਅੱਜ ਦੇ ਸੰਦਰਭ 'ਚ ਆਪਾਂ ਕਰੀਏ, ਤੁਸੀਂ ਜੋੜਦੇ ਹੋ ਲੜੀ ਫੇਰ, ਮੇਰੇ ਦਿਮਾਗ ਜਿਹੜੀ ਗੱਲ ਆ ਰਹੀ ਮੈਂ ਭੁੱਲ ਨਾ ਜਾਵਾਂ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ। ਜਦੋਂ ਭਾਰਤ ਬ੍ਰਿਟਿਸ਼ ਭਾਰਤ ਹੋ ਗਿਆ, ਗੁਲਾਮ ਭਾਰਤ ਸੀਗਾ, ਉਹਨਾਂ ਨੇ ਬਹੁਤ ਕੁਝ ਸਾਡਾ ਲੁੱਟਿਆ ਖੋਇਆ, ਪਰ ਨਾਲ ਦੀ ਨਾਲ ਸਾਨੂੰ ਇੱਕ ਨੇਸ਼ਨ ਬਣਾਉਣ ਵਾਲੇ ਪਾਸੇ ਵੀ ਕੰਮ ਹੋਇਆ ਕਿਉਂਕਿ ਉਹਦੇ ਵਿਰੋਧ ਵਿੱਚ ਸਾਡੀ ਥੋੜ੍ਹੀ ਜਿਹੀ ਇਕਸੁਰਤਾ ਬਣੀ। ਤੇ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਤੇ ਉਹਦੇ ਵਿੱਚ ਜਿਹੜੀ ਸ਼ਬਦਾਵਲੀ ਲਿਖੀ ਗਈ ਆ ਉਹਨੂੰ ਯੂਨੀਅਨ ਆਫ ਸਟੇਟ ਕਿਹਾ ਗਿਆ, ਯਾਨੀ ਕਿ ਇੱਕ ਫੈਡਰਲ ਢਾਂਚਾ, ਬਹੁਤ ਸਾਰੀਆਂ ਸਟੇਟ ਮਿਲ ਕੇ ਤੇ ਇੱਕ ਯੂਨੀਅਨ ਗਵਰਨਮੈਂਟ ਬਣਾਈ ਆ ਤਾਂ ਕਿ ਅਸੀਂ ਬਾਹਰੀ ਤੇ ਅੰਦਰੂਨੀ ਮੁਕਾਬਲੇ ਕਰ ਸਕੀਏ। ਜੀ ਹਰਜੀਤ ਜੀ, ਇੱਕ ਮਿੰਟ ਜੀ। ਯੂਨੀਅਨ ਆਫ ਸੈਕੂਲਰ ਸਟੇਟ ਲਫ਼ਜ਼ ਜੀ ਬਿਲਕੁਲ, ਹਾਂਜੀ ਯੂਨੀਅਨ ਆਫ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਨਾ ਸੀ ਜੀ। ਅੱਛਾ, ਉਹ ਹੁਣ ਕਨਸਟੀਟਿਊਸ਼ਨ ਤਾਂ ਇਹ ਰਹਿ ਗਿਆ, ਨੋ ਡਾਊਟ ਅਬਾਊਟ ਇਟ, ਪਰ ਉਹ ਅੰਦਰ ਜਿਹੜੀ ਸੁਲਗ ਦੀ ਅੱਗ ਸੀ ਉਹ ਇਹ ਸੀ ਕਿ ਸਾਡੇ ਦੇਖਦਿਆਂ ਜਦੋਂ ਕਾਂਗਰਸ ਦਾ ਰਾਜ ਹੋਇਆ ਤੇ ਉਹਦੇ ਬਾਅਦ ਜਿਹੜਾ ਟੇਕ ਓਵਰ ਕੀਤਾ ਤੇ ਉਹ ਰਾਸ਼ਟਰਵਾਦ ਨੇ ਹੀ ਟੇਕ ਓਵਰ ਕੀਤਾ, ਉਹਦੇ ਰਿਜ਼ਲਟ ਅਸੀਂ ਅੱਜ ਦੇਖਦੇ ਹਾਂ। ਤੇ ਮੈਂ ਇਹ ਮਹਿਸੂਸ ਕਰਦਾ ਕਿ ਇਹਦੇ ਵਿੱਚ ਜਿਹੜੇ ਮਨੁੱਖੀ ਅਧਿਕਾਰ ਸੀ, ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਮਿਸਾਲਾਂ ਦਿੰਦਾ ਮੋਟੀਆਂ 1947 ਤੋਂ ਲੈ ਕੇ ਸਭ ਤੋਂ ਵੱਡਾ ਮਨੁੱਖੀ ਅਧਿਕਾਰ ਦਾ ਜਿਹੜੀ ਦੁਰਗਤੀ ਹੋਈ ਉਹ ਇਹ ਹੋਈ ਕਿ 1984 ਦੇ ਵਿੱਚ ਜਿਹੜਾ ਇੱਕ ਸੈਕੂਲਰ ਸਟੇਟ ਡੈਮੋਕ੍ਰੈਟਿਕ ਰਿਪਬਲਿਕ ਦਾ ਕਨਸਟੀਟਿਊਸ਼ਨ ਸੀ ਕਿ ਅਸੀਂ ਕਿਸੇ ਮੁਲਕ ਦੇ ਧਰਮ ਦੇ ਉੱਤੇ ਹਮਲਾ ਨਹੀਂ ਕਰਾਂਗੇ, ਉਸ ਧਰਮ ਦੀ ਇੱਜ਼ਤ ਤੇ ਮਾਣ ਕਰਾਂਗੇ, ਉਸ ਧਰਮ ਨੂੰ ਆਪਣੇ ਧਰਮ ਨੂੰ ਡੈਮੋਨਸਟ੍ਰੇਟ ਕਰਨ ਦਾ, ਉਹਨੂੰ ਪ੍ਰਚਾਰ ਕਰਨ ਦਾ, ਉਹਨੂੰ ਕੀਪ ਕਰਨ ਦਾ ਪੂਰਾ ਹੱਕ ਹੈਗਾ। 1984 ਦੇ ਵਿੱਚ ਉਹ ਸਾਰੇ ਦਾ ਸਾਰਾ ਤੋੜ ਕੇ ਇੰਦਰਾ ਗਾਂਧੀ ਦੇ ਵਕਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਸਭ ਤੋਂ ਵੱਡਾ ਆਈਕਨ ਜਾਂ ਇੱਕ ਮੱਕਾ ਆਫ ਦਾ ਸਿੱਖ ਪੀਪਲ ਸੀ, ਉਹਨਾਂ 'ਤੇ ਹਮਲਾ ਕੀਤਾ, ਜਿਹਦੇ 'ਚ ਆਉਣ ਵਾਲੇ ਵਕਤ ਦੇ ਵਿੱਚ 30,000 ਬੰਦੇ ਦੀਆਂ ਲਾਸ਼ਾਂ ਬਣੀਆਂ।
ਡਾਕਟਰ ਠੀਕ ਹੈ ਜੀ। ਸਾਹਿਬ ਮੈਨੂੰ ਇਦਾਂ ਲੱਗਦਾ ਹੈ ਕਿ ਦੋ ਚੀਜ਼ਾਂ ਨੇ। ਇੱਕ ਤੇ ਜਦੋਂ ਅਸੀਂ ਵੱਡੇ ਸੰਦਰਭ ਵਿੱਚ ਗੱਲ ਕਰਦੇ ਹਾਂ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਹੈ, ਇੱਕ ਪਾਸੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਗੱਲ ਆ। ਘੱਟ ਗਿਣਤੀਆਂ ਦੇ ਅਧਿਕਾਰ ਬਿਲਕੁਲ ਜੁੜੇ ਹੋਏ ਨੇ ਮਨੁੱਖੀ ਅਧਿਕਾਰਾਂ ਦੇ ਨਾਲ, ਪਰ ਬਿਲਕੁਲ ਠੀਕ, ਭਾਰਤ ਵਿੱਚ ਬਿਲਕੁਲ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਾਨੂੰਨ ਹੁੰਦਾ ਆ, ਇਹ ਜ਼ਰੂਰੀ ਹੈ। ਇਹ ਠੀਕ ਹੈ ਕਿ ਮੁਸਲਿਮ ਘੱਟ ਗਿਣਤੀ ਨਾਲ, ਸਿੱਖ ਘੱਟ ਗਿਣਤੀ ਨਾਲ, ਔਰ ਕਿਤੇ ਕਿਤੇ ਆਪਾਂ ਦੇਖਦੇ ਹਾਂ ਕ੍ਰਿਸਚਨਾਂ ਨਾਲ ਵੀ ਬਹੁਤ ਉੱਥੇ ਮਾੜਾ ਸਲੂਕ ਹੁੰਦਾ ਆ। ਆਪਾਂ ਦੇਖਿਆ ਆ ਆਸਟ੍ਰੇਲੀਅਨ ਜਿਹੜੇ ਪਾਦਰੀ ਸਾਹਿਬ ਸੀ ਉਹਨਾਂ ਨਾਲ ਕੀ ਕੀਤਾ ਉਸ ਸਮੇਂ ਦੇ ਲੋਕਾਂ ਨੇ। ਪਰ ਇਹਦੇ ਨਾਲ ਨਾਲ ਜਿਹੜੇ ਕੁਝ ਇੱਕ ਲੋਕ ਉੱਥੇ ਭਾਵੇਂ ਉਹ ਹਿੰਦੂ ਧਰਮ ਦੇ ਵੀ ਨੇ, ਉਹਨਾਂ ਦੇ ਵੀ ਤਾਂ ਮਨੁੱਖੀ ਅਧਿਕਾਰ ਨਾਲ ਹੀ ਕੁਚਲੇ ਜਾਂਦੇ ਆ ਨਾ। ਜਦੋਂ ਕਾਨੂੰਨ ਬਣਦੇ, ਇਹੋ ਜਿਹੇ ਕਾਨੂੰਨ ਬਣਦੇ ਆ ਲਗਾਤਾਰ, ਤਾਂ ਆ ਇਕੱਲੇ ਬੀਜੇਪੀ ਦੇ ਆਉਣ ਤੋਂ ਬਾਅਦ ਤਾਂ ਖੈਰ ਖੁੱਲ੍ਹ ਕੇ ਖੇਡ ਹੋ ਗਈ ਨਾ, ਤੇ ਉਸ ਤੋਂ ਪਹਿਲਾਂ ਵੀ ਐਮਰਜੈਂਸੀ ਦੇ ਸਮਿਆਂ ਤੋਂ ਵੀ ਪਹਿਲਾਂ ਕਹਿ ਲਿਆ ਜਾਵੇ ਕਿ ਕੁਝ ਕਾਨੂੰਨ ਇਸ ਤਰ੍ਹਾਂ ਦੇ ਬਣਨ ਲੱਗ ਗਏ ਸੀ ਭਾਰਤ ਵਿੱਚ, ਜਿਹੜੇ ਕਾਨੂੰਨ ਤੇ ਇਸ ਕਰਕੇ ਬਣਾਏ ਗਏ ਕਿ ਅਸੀਂ ਲਾਅ ਐਂਡ ਆਰਡਰ ਮੇਨਟੇਨ ਕਰਨਾ, ਪਰ ਅਸਲ ਦੇ ਵਿੱਚ ਉਹ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੇ ਕਾਨੂੰਨ ਸੀਗੇ। ਬਿਲਕੁਲ ਠੀਕ ਆ। ਉਹਦੇ ਪੋਜੀਸ਼ਨਰ ਆ। ਮੈਂ ਤੁਹਾਨੂੰ ਦੱਸਾਂ ਥੋੜ੍ਹਾ ਜਿਹਾ, 1947 ਤੋਂ ਲੈ ਕੇ ਅੱਜ ਤੱਕ ਹਾਂਜੀ 87 ਚਰਚ ਬਰਨ ਹੋਏ ਟੋਟਲ। ਉਹਦੇ ਵਿੱਚ 7 ਨਨਸ ਲੋਕਾਂ ਦਾ ਰੇਪ ਕੀਤਾ ਗਿਆ, ਔਰ ਉਹਦੇ ਵਿੱਚ 17 ਜਿਹੜੇ ਉਹ ਲੋਕ ਸੀ ਪਾਦਰੀ ਜਿਨ੍ਹਾਂ ਨੂੰ ਕਤਲ ਕੀਤਾ ਗਿਆ। ਉੜੀਸਾ ਦੇ ਵਿੱਚ ਪੁਰਾਣੇ ਵਕਤਾਂ ਦੀ ਗੱਲ ਹੈਗੀ, ਅੱਜ ਤੋਂ 20 ਸਾਲ ਪੁਰਾਣੀ, ਉਹਨਾਂ ਨੂੰ ਕਰਫਿਊ ਲਾਉਣਾ ਪਿਆ ਤਾਂ ਕਿ ਲੋਕ ਜਿਹੜੇ ਸੀ ਉਹਨਾਂ ਨੂੰ ਕਹਿੰਦੇ ਸੀ ਅਸੀਂ ਕ੍ਰਿਸਮਸ 'ਤੇ ਇਹਨਾਂ ਨੂੰ ਸਰਵਿਸ ਨਹੀਂ ਕਰਨੀ। ਤੇ ਹੁਣ ਵੀ ਹਾਲਾਤ ਇਹ ਹੈ ਕਿ ਉਹ ਜਿਹੜੇ ਮਰਜ਼ੀ ਚਰਚ ਦੇ ਵਿੱਚ ਗੁੰਡੇ, ਪਿਛਲੇ 2 ਹਫ਼ਤੇ ਦੀ ਗੱਲ ਹੈ, ਜਾ ਵੜਦੇ ਆ, ਉਹਨਾਂ ਨੂੰ ਕੁੱਟਦੇ ਮਾਰਦੇ ਆ। ਤੇ ਜੇ ਉਹ ਰਿਕਾਰਡ ਕਰਨ ਜਾਂਦੇ ਆ, ਰਿਪੋਰਟ ਲਿਖਾਉਣ ਜਾਂਦੇ, ਤਾਂ ਉਹਨੂੰ ਕਹਿੰਦੇ ਤੁਸੀਂ ਉਹ ਤਾਂ ਸਰਵਿਸ ਕਰਨ ਆਏ ਸੀ, ਤੁਹਾਡੇ ਉੱਥੇ ਪ੍ਰਾਰਥਨਾ ਕਰਨ ਆਏ ਸੀ, ਤੁਸੀਂ ਉਹਨਾਂ ਨੂੰ ਕਿਉਂ ਕੁੱਟਿਆ ਮਾਰਿਆ ਜਾਂ ਉਹਨਾਂ ਨਾਲ ਲੜਾਈ ਕਿਉਂ ਕੀਤੀ? ਜਿਹੜਾ ਬੰਦਾ ਅੰਦਰ ਲੱਗਾ ਉਹਨੇ ਵਿਚਾਰੇ ਨੇ ਡਰਦੇ ਨੇ ਕੀ ਕੁੱਟਣਾ ਮਾਰਨਾ। ਇਹ ਤਰੀਕਾਕਾਰ। ਅੱਛਾ, ਹੁਣ ਇਹਦੇ ਵਿੱਚ ਹਕੂਕ ਸਿਰਫ ਇਹਨਾਂ ਨਾਲ ਹੀ ਤਾਲੁਕ ਨਹੀਂ, ਸਿਰਫ ਮਤਲਬ ਇਹ ਕਿ ਸਿੱਖਾਂ ਨਾਲ, ਹਿੰਦੂਆਂ ਨਾਲ, ਮੁਸਲਮਾਨਾਂ ਨਾਲ ਕੀ ਹੋ ਰਿਹਾ। ਹਕੂਕ ਇਹ ਆ ਕਿ ਇਸ ਰਾਸ਼ਟਰਵਾਦ ਦੇ ਵਿੱਚ ਉਹ ਇੱਕ ਰਾਸ਼ਟਰਵਾਦ ਤੋਂ ਵੀ ਐਕਸਟ੍ਰੀਮ ਕਿਸਮ ਦਾ ਜਿਹੜਾ ਸਿਸਟਮ ਆ ਉਹ ਹੈਗਾ ਹਿੰਦੂਤਵਾ ਦਾ ਕਾਇਮ ਕਰਨਾ। ਉਹ ਹਿੰਦੂ ਰਾਜ ਕਾਇਮ ਕਰਨਾ ਚਾਹੁੰਦੇ। ਮਿਸਾਲ ਦੇ ਤੌਰ 'ਤੇ ਮੈਂ ਤੁਹਾਨੂੰ 2 ਮਿਸਾਲਾਂ ਦਊਂਗਾ। ਇੱਕ ਲੇਡੀ ਜਿਹੜੀ 60 ਸਾਲ ਤੋਂ ਉੱਪਰ ਆ, ਉਹ ਤਾਂ ਜਾ ਸਕਦੀ ਆ ਮੰਦਰ ਦੇ ਵਿੱਚ, ਪਰ ਉਹ ਤੋਂ ਛੋਟੀ ਜਿਹੜੀ ਉਮਰ ਦੀ ਆ, ਕਿਉਂਕਿ ਉਹ ਬੱਚਾ ਜਨਮ ਦੀ ਹਾਲਤ ਵਿੱਚ ਹੁੰਦੀ ਆ ਜਾਂ ਉਹਨਾਂ ਨੂੰ ਮਾਹਵਾਰੀ ਆਉਂਦੀ ਆ, ਉਹਨਾਂ ਨੂੰ ਚਰਚ ਦੇ, ਉਹਨਾਂ ਨੂੰ ਵਿੱਚ ਮੰਦਰ ਦੇ ਵੜਨ ਦਾ ਹੱਕ ਨਹੀਂ। ਅਜੇ ਹੁਣੇ ਮੈਂ ਦੇਖ ਰਿਹਾ ਸੀ ਕਿ ਜਿਹੜੇ ਆਦੀਵਾਸੀ ਲੋਕਾਂ ਦੇ ਸਾਰੀ ਵਰਲਡ ਨੂੰ ਇੱਕ ਮੱਥੇ 'ਤੇ ਟੀਕਾ ਲਾਉਣ ਵਾਲੀ ਗੱਲ ਹੈ ਕਿ ਹਿੰਦੁਸਤਾਨ ਦਾ ਜਿਹੜਾ ਪ੍ਰਧਾਨ ਹੈ ਉਹ ਇੱਕ ਆਦੀਵਾਸੀ ਹੈ। ਠੀਕ ਹੈ ਜੀ। ਅੱਛਾ, ਉਹ ਆਪਣੀ ਵਾਈਫ ਤਾਂ 2 ਬੱਚੀਆਂ ਦੇ ਨਾਲ ਬੰਬੇ ਜਾ ਰਿਹਾ ਸੀ, ਤੇ ਇਹਨਾਂ ਨੇ ਜਾਣ ਕੇ ਉਹਨੂੰ ਅਜਮੇਰ ਘੱਲਿਆ ਇੱਕ ਬਹੁਤ ਵੱਡੇ ਸ਼ਿਵ ਦੇ ਮੰਦਰ ਦੇ ਵਿੱਚ। ਹੁਣ ਸ਼ਿਵ ਦੇ ਮੰਦਰ 'ਚ ਉਹ ਇੱਕ ਸ਼ਡਿਊਲ ਕਾਸਟ ਜਾਂ ਇੱਕ ਆਦੀਵਾਸੀ ਨੂੰ ਕਿਵੇਂ ਵੜਨ ਦੇਣ? ਉਹਨਾਂ ਨੇ ਪੌੜੀਆਂ 'ਤੇ ਉਹਦੇ ਕੋਲ ਕਰਾਈ, ਮਤਲਬ ਜਿਹੜੀ ਪੂਜਾ ਕਰਾਈ, ਤੇ ਨਾਲ ਇਹ ਦੱਸਤਾ ਕਿਉਂਕਿ ਉਹਦੀ ਵਾਈਫ ਪੌੜੀਆਂ ਗਾਂਹ ਚੜ੍ਹ ਨਹੀਂ ਸਕਦੀ ਸੀ, ਅਸੀਂ ਉਹਨੂੰ ਕਿਹਾ ਵੀ ਚਲੋ ਜੀ ਅਸੀਂ ਤੁਹਾਨੂੰ ਅਧਿਕਾਰ ਦਿੰਦੇ, ਤੁਸੀਂ ਇੱਥੇ ਕਰਕੇ ਚਲੇ ਜਾਓ। ਇਹ ਇੱਕ ਸਟੋਰੀ, ਡਿਸਟੋਰਟਡ ਸਟੋਰੀ ਹੈ ਕਿ ਇੱਕ ਪ੍ਰਧਾਨ ਨੂੰ ਹੱਕ ਨਹੀਂ ਹੈਗਾ ਕਿ ਮੰਦਰ ਦੇ ਵਿੱਚ ਵੜ ਸਕੇ। ਤੁਸੀਂ ਰਾਮ ਕੋਵਿੰਦ ਹੀਰਾਂ ਦੀ ਗੱਲ ਕਰ ਰਹੇ ਹੋ, ਰਾਸ਼ਟਰਪਤੀ ਹੀਰਾਂ ਦੀ ਗੱਲ ਕਰ ਰਹੇ ਹੋ? ਹਾਂਜੀ, ਰਾਸ਼ਟਰਪਤੀ, ਭਾਰਤ ਦੇ ਮੌਜੂਦਾ ਰਾਸ਼ਟਰਪਤੀ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ, ਜ਼ਰੂਰ ਉਹਦੀ ਗੱਲ ਮੈਂ ਕਰ। ਅੱਛਾ, ਦੂਜੇ ਪਾਸੇ ਤੁਹਾਨੂੰ ਮੈਂ ਗੱਲ ਦੱਸਾਂ ਕਿ ਭਾਰਤ ਦੇ ਸਾਊਥ ਦੇ ਵਿੱਚ ਇੱਕ ਦੇਵੀ ਆ, ਯਮਾ ਦੇਵੀ ਉਹਨੂੰ ਕਹਿੰਦੇ, ਸ਼ਾਇਦ ਤੁਸੀਂ ਸੁਣਿਆ ਹੋ। ਯਮਾ ਦੇਵੀ ਦਾ ਇੱਕ ਮੰਦਰ ਹੁੰਦਾ ਸੀ, ਹੁਣ ਤਾਂ ਹਰ ਸੂਬੇ 'ਚ ਆ। ਯਮਾ ਕਈ ਸੂਬਿਆਂ 'ਚ ਕਈ ਮੰਦਰ ਹੈ। ਯਮਾ ਦੇਵੀ ਦੇ ਵਿੱਚ ਚੜਾਵਾ 5 ਸਾਲ ਤੋਂ ਉੱਪਰ ਕੁੜੀਆਂ ਦਾ ਕੀਤਾ ਜਾਂਦਾ ਸੀ, ਔਰ ਮੋਸਟਲੀ ਉਹ ਕੁੜੀਆਂ ਕਿਹਨਾਂ ਦੀਆਂ ਹੁੰਦੀਆਂ ਸੀ? ਚੰਗੇ ਭਲੇ ਲੋਕ ਆਪਣੀਆਂ ਕੁੜੀਆਂ ਉੱਥੇ ਕਿਉਂ ਚੜਾਵੇ ਲਈ ਲੈ ਕੇ ਜਾਣ? ਉਹ ਕੁੜੀਆਂ ਹੁੰਦੀਆਂ ਸੀ ਗਰੀਬ ਲੋਕਾਂ ਦੀ, ਆਦੀਵਾਸੀ। ਉਹ ਕੁੜੀਆਂ ਮੋਸਟਲੀ ਦੇਵਦਾਸੀਆਂ ਜਾਂ ਟੈਂਪਲ ਪ੍ਰੋਸਟੀਟਿਊਟਸ ਬਣਦੀਆਂ ਸੀ। ਹੁਣ 5 ਸਾਲ ਤੋਂ ਲੈ ਕੇ 10 ਸਾਲ ਦੀ ਕੁੜੀ ਦਾ ਉਹਨਾਂ ਨੇ ਚਾਰ ਪਾਉਣਾ। ਉਹ ਕੀ ਕਰਦੇ ਸੀ ਕਿ ਵੱਡੇ ਜਿਹੜੇ ਅੱਡੇ ਆ ਬੰਗਲੌਰ ਤੇ ਬੰਬੇ ਤੇ ਦਿੱਲੀ ਤੇ ਕੈਲਕੱਟਾ ਤੇ ਵੱਡੇ ਸ਼ਹਿਰਾਂ 'ਚ ਉੱਥੇ ਵੇਚਦੇ ਸੀ, ਔਰ ਹੁਣ ਵੀ ਵੇਚਦੇ ਆ, ਪੁਰਾਣੀ ਦੀ ਗੱਲ।
ਹੁਣ ਉਹਨਾਂ ਦਾ ਨਾ ਉਹਨਾਂ ਨੂੰ ਇਹ ਪਤਾ ਸੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਸਵਾਏ ਪ੍ਰੋਸਟੀਟਿਊਸ਼ਨ ਕਰਨ ਦੇ ਉਹਨਾਂ ਦਾ ਕੀ ਅਧਿਕਾਰ ਹੈ ਤੇ ਉਹ ਕਿੱਥੇ ਜਾਣ। ਬੇਸ਼ੱਕ ਕਾਨੂੰਨ ਬਣਾਏ, ਪਰ ਕਾਨੂੰਨ ਨੂੰ ਮੰਨਦਾ ਕੌਣ ਹੈ? ਕਾਨੂੰਨ ਤਾਂ ਇਹ ਵੀ ਸੀ ਕਿ 84 ਦੇ ਵਿੱਚ ਉਹਦੇ ਬਾਅਦ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਮਾਈਨੋਰਟੀ ਸਿੱਖ ਸੀ ਉਹਨਾਂ ਦਾ ਕਤਲ ਨਾ ਹੋਏ, ਪਰ ਕੀ ਕਤਲ ਨਹੀਂ ਹੋਇਆ? ਹੁਣ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਜੇ ਇਹ ਕਾਨੂੰਨ ਇਹ ਜਿਹੜੀ ਆ ਇਹ ਜਿਹੜੀ ਹਿੰਦੂ ਰਾਸ਼ਟਰਵਾਦ ਨੂੰ ਜਿਹੜਾ ਸਾਡਾ ਰੁਝਾਨ ਆ, ਇਹਦੇ ਵਿੱਚ ਜਿਹੜੀਆਂ ਮਾਈਨੋਰਟੀਜ਼ ਆ ਉਹ ਸੇਫ ਨਹੀਂ ਹੈਗਾ। ਦੇਖੋ ਉਹਦੇ ਦੋ ਕੰਮ ਹੋਣਗੇ, ਜਾਂ ਤਾਂ ਹਿੰਦੁਸਤਾਨ ਵੰਡ ਹੋ ਜੂ, ਫਿਰ ਉਹਨਾਂ ਹੀ ਰਿਆਸਤਾਂ ਜਿਹੜੀਆਂ 8ਵੀਂ ਸਦੀ 9ਵੀਂ ਸਦੀ ਦੇ ਵਿੱਚ, ਉਹਦੇ ਵਿੱਚ ਕੀ ਹੋ ਕਿ ਸਿਵਲ ਵਾਰ ਹੋਊਗੀ। ਸਿਵਲ ਵਾਰ ਹੋਣ ਦੇ ਬਾਅਦ ਇਹਦੇ ਟੋਟੇ ਹੋ ਜਾਣਗੇ, ਜਾਂ ਤਾਂ ਹਿੰਦੁਸਤਾਨ ਦੇ ਵਿੱਚ ਚੀਨ ਦਾ ਕਬਜ਼ਾ ਹੋਊਗਾ ਤੇ ਜਾਂ ਫਿਰ ਅਮਰੀਕਾ ਦਾ ਕਬਜ਼ਾ ਹੋਊਗਾ। ਅਮਰੀਕਾ ਕਦੀ ਨਹੀਂ ਬਰਦਾਸ਼ਤ ਕਰੂਗਾ ਕਿ ਐਡੀ ਵੱਡੀ ਮੰਡੀ ਨੂੰ ਜਿਹੜਾ ਉਹ ਚੀਨ ਲੈ ਜਾਏ। ਇਹ ਹਾਲਾਤ ਆ ਬਹੁਤ ਕ੍ਰਿਟੀਕਲ ਸਾਡੇ ਲਈ, ਤੇ ਇਹਨਾਂ ਚੀਜ਼ਾਂ ਦੇ ਹੁੰਦਿਆਂ ਹੋਇਆਂ ਜੇ ਅਸੀਂ ਹਾਲਾਤ ਨੂੰ ਸੰਭਾਲ ਜਾਂ ਕਾਬੂ ਨਹੀਂ ਕਰਦੇ ਤੇ ਆਪਣੇ ਇਸ ਰਾਸ਼ਟਰਵਾਦ ਦੇ ਪਿੱਛੇ ਪਏ ਆ। ਔਰ ਇਹ ਨਹੀਂ ਮੈਂ ਕਹਿੰਦਾ ਕਿ ਹਿੰਦੂਆਂ ਦੇ ਵਿੱਚ ਉਹ ਲੋਕ ਹੈ ਨਹੀਂ ਜਿਹੜੇ ਹਿਊਮਨ ਰਾਈਟਸ ਨਹੀਂ ਚਾਹੁੰਦੇ, ਉਹ ਚਾਹੁੰਦੇ ਆ, ਪਰ ਹਿਊਮਨ ਰਾਈਟਸ ਜਿਹੜੇ ਆ ਉਹ ਜਦੋਂ ਉਹਨਾਂ ਨੂੰ ਇਹ ਪਤਾ ਕਿ ਸਾਡਾ ਇੱਕ ਜਿੱਦਾਂ ਇੱਕ ਇਸਲਾਮਿਕ ਵਰਲਡ ਹੈ, ਇੱਕ ਕ੍ਰਿਸਚਨ ਵਰਲਡ ਹੈਗੀ ਸਾਰੇ ਯੂਰਪ ਤੋਂ ਲੈ ਕੇ, ਤਾਂ ਉਹ ਕਹਿੰਦੇ ਕਿ ਸਾਡਾ ਵੀ ਇੱਕ ਰਾਸ਼ਟਰਵਾਦ ਜਿਹੜਾ ਹਿੰਦੂ ਦੇਸ਼ ਬਣੇ, ਉਹਦੇ ਵਿੱਚ ਇਹ ਸਾਰਾ ਕੁਝ ਘਾਣ ਹੋ ਰਿਹਾ। ਸੌਰੀ, ਹੁਣ ਹਿੰਦੁਸਤਾਨ ਦੇ ਵਿੱਚ 28 ਸਟੇਟਸ ਆ, ਜਿਹਨੂੰ ਤੁਸੀਂ ਸਟੇਟਸ ਜਾਂ ਪ੍ਰੋਵਿੰਸ ਕਹਿ ਸਕਦੇ, 5 ਯੂਨੀਅਨ ਟੈਰੀਟਰੀ, ਹਰ ਇੱਕ ਦਾ ਅਲੱਗ-ਅਲੱਗ ਕਲਚਰ ਆ, ਹਰ ਇੱਕ ਦੀ ਅਲੱਗ-ਅਲੱਗ ਬੋਲੀ, ਔਰ ਕਈ ਬੋਲੀਆਂ ਉਹਦੇ ਵਿੱਚ, ਹਰ ਇੱਕ ਦੀ ਅਲੱਗ-ਅਲੱਗ ਸਭਿਅਤਾ। ਹਾਊ ਵੁੱਡ ਯੂ ਕਾਲ ਇਟ ਇਟਸ ਅ ਡੈਮੋਕ੍ਰੈਟਿਕ ਰਿਪਬਲਿਕ ਜਾਂ ਇੱਕ ਯੂਨੀਫਾਈਡ ਕੌਮ ਹੈਗੀ? ਕੌਮ ਤਾਂ ਇਹ ਹੈ ਹੀ ਨਹੀਂ। ਜੇ ਕੌਮ ਇਹ ਹੈ ਨਹੀਂ ਤੇ ਫਿਰ ਜ਼ਰੂਰੀ ਹੈ ਕਿ ਇਹਦੇ ਵਿੱਚ ਇਹ ਬਹੁਤਾ ਚਿਰ ਖੜੀ ਨਹੀਂ ਰਹਿ ਸਕਦੀ। ਜਦੋਂ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਕਾਮਨਵੈਲਥ ਕੰਟਰੀਜ਼ ਬਣਾਈਆਂ ਨਾ, ਜਦੋਂ ਆਜ਼ਾਦ ਕੀਤਾ ਸਾਰੇ ਮੁਲਕਾਂ ਨੂੰ ਬ੍ਰਿਟਿਸ਼ ਲੋਕਾਂ ਨੇ, ਤੇ ਉਹਨਾਂ ਨੂੰ ਅਸਲ ਦੇ ਵਿੱਚ ਉਹਨਾਂ ਦੇ ਦਿਮਾਗ 'ਚ ਇਹੋ ਹੀ ਸੀ ਕਿ ਇਹਨਾਂ ਨੇ ਭਾਵੇਂ 40 ਸਾਲ ਲੱਗ ਜਾਣ, 50 ਸਾਲ ਲੱਗ ਜਾਣ, ਇਹਨਾਂ ਨੇ ਕੌਮ ਨਹੀਂ ਰਹਿਣਾ, ਇਹਨਾਂ ਨੇ ਟੁੱਟਣਾ ਹੀ ਟੁੱਟਣਾ। ਤੇ ਹਰ ਆਜ਼ਾਦ ਮੁਲਕ ਦੇ ਵਿੱਚ ਜਿਹੜੇ ਇਹਨਾਂ ਨੇ ਕੀਤੇ ਸੀ, ਉਹਨਾਂ ਨੇ ਆਪਣਾ ਗਵਰਨਰ ਜਨਰਲ ਉੱਥੇ ਸਥਾਪਿਤ ਕਰਕੇ ਆਏ ਸੀ। ਤੇ ਅੱਜ ਵੀ ਕਾਮਨਵੈਲਥ ਕੰਟਰੀਜ਼ ਦੀ ਜਿਹੜੀ ਹੈੱਡ ਆ ਉਹ ਬ੍ਰਿਟਿਸ਼ ਹੈ, ਕੁਈਨ, ਤਾਂ ਕਿ ਜੇ ਉੱਥੇ ਕੋਈ ਹੋਰ ਮੁਲਕ ਉੱਥੇ ਜਾਂ ਐਸੀ ਹਾਲਾਤ ਬਣ ਜਾਏ ਕਿ ਉੱਥੇ ਖਾਨਾ ਜੰਗੀ ਸ਼ੁਰੂ ਹੋ ਜਾਏ ਤੇ ਅਸੀਂ ਉਹਨਾਂ ਨੂੰ ਕੈਪਚਰ ਕਰ ਲਾਂਗੇ। ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਹਿਊਮਨ ਰਾਈਟਸ ਕਿੱਥੇ ਸੇਫ? ਅੱਜ ਵੀ ਜਿੱਥੇ ਜੋ ਤੁਹਾਡੇ ਹਿਊਮਨ ਰਾਈਟਸ ਦੀ ਜਿਹੜਾ ਆਵਾਜ਼ ਬੁਲੰਦ ਕਰਦਾ, ਪਿਛਲੇ 2 ਹਫ਼ਤੇ ਹੋਏ ਕੁੱਟ ਕੇ ਪੰਜਾਬ ਦੇ ਵਿੱਚ ਲਾਸਾਂ ਪਾਤੀਆਂ ਕੁੜੀਆਂ ਦੀਆਂ, ਬੰਦਿਆਂ ਦੀਆਂ, ਜਿਹੜੇ ਟੀਚਰ ਸੀ, ਕਿ ਤੁਸੀਂ ਹਿਊਮਨ ਰਾਈਟਸ ਕੀ ਮੰਗਦੇ? ਇਹਦੇ ਨਾਲ ਕਿਸਾਨਾਂ ਦਾ ਮੋਰਚਾ ਤੁਹਾਨੂੰ ਚੰਗੀ ਤਰ੍ਹਾਂ ਪਤਾ, ਉਹਦੇ ਉੱਤੇ ਆਪਾਂ ਫਿਰ ਕਿਸੇ ਵਕਤ ਗੱਲ ਕਰਾਂਗੇ। ਕਿਸਾਨਾਂ ਦੇ ਮੋਰਚੇ ਅੱਜ ਤਾਈਂ 700 ਬੰਦਾ ਉੱਥੇ 1.5 ਸਾਲ ਦੇ ਅੰਦਰ ਮਰ ਗਿਆ। ਹਾਲਾਤ ਹੁਣ ਇਹ ਹੈ ਕਿ ਜੇ ਇਹਨਾਂ ਨੇ ਉਹਨਾਂ ਨੂੰ ਰਾਈਟਸ ਵਿਦਡਰਾ ਕਰਨ ਦਾ ਅਹਿਦ ਕੀਤਾ ਕਰਨਾ, ਉਹ ਇਸ ਲਈ ਕਿ ਆਉਣ ਵਾਲੇ ਵਕਤ ਦੇ ਵਿੱਚ ਜਿਹੜੇ ਇਲੈਕਸ਼ਨ ਆਉਣ ਵਾਲੇ ਆ, ਪਰ ਇਹਦਾ ਨਹੀਂ ਮਤਲਬ ਕਿ ਕਿਸਾਨਾਂ ਦੇ ਨਾਲ ਉਹਨਾਂ ਦੇ ਕੁਝ ਅੱਛੇ ਹਾਲਾਤ ਹੈ। ਮੇਰਾ ਖਿਆਲ ਮੈਂ ਜ਼ਿਆਦਾ ਬੋਲ ਗਿਆ, ਕੁਝ ਹੋਰ ਨਹੀਂ। ਅੱਛਾ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਇਹ ਚਾਹੁੰਦਾ ਹਾਂ, ਕਿਉਂਕਿ ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਵਸ ਰਹੇ ਜਿਹੜੇ ਲੋਕ ਨੇ, ਉਹਨਾਂ ਦੇ ਰਾਈਟਸ ਤੇ ਪ੍ਰੋਟੈਕਸ਼ਨ ਦੀ ਗੱਲ ਹੁੰਦੀ ਆ, ਤੇ ਜਿਹੜੇ ਕੁਝ ਇੱਕ ਡੈਮੋਕ੍ਰੈਟਿਕ ਕੰਟਰੀ ਕਹਾਉਂਦੇ ਨੇ ਆਪਣੇ ਆਪ ਨੂੰ, ਉਹਨਾਂ ਬਾਰੇ ਤੇ ਥੋੜੀ ਬਹੁਤੀ ਗੱਲ ਕੀਤੀ ਜਾਂਦੀ ਆ। ਪਰ ਜਿਨ੍ਹਾਂ ਮੁਲਕਾਂ ਦੇ ਵਿੱਚ ਕਿੰਗਡਮ ਹੈ ਅਜੇ ਵੀ, ਜਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਆਪਾਂ ਦੇਖਦੇ ਆ ਕਿ ਇਸਲਾਮਿਕ ਸ਼ਰ੍ਹਾ ਦਾ ਰਾਜ ਹੈ, ਜਾਂ ਕਿਸੇ ਤਰ੍ਹਾਂ ਹੋਰ ਵੀ ਕੋਈ ਹੋ ਸਕਦਾ ਹੈ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ, ਤੇ ਕੀ ਉਹਨਾਂ ਮੁਲਕਾਂ ਦੇ ਉੱਤੇ ਵੀ ਕੋਈ ਇੰਟਰਨੈਸ਼ਨਲ ਲੈਵਲ ਦੀ ਸੰਸਥਾ ਹੈ ਜਿਹੜੀ ਉਹਨਾਂ ਮੁਲਕਾਂ 'ਚ ਹਿਊਮਨ ਰਾਈਟਸ ਦੀ ਪ੍ਰੋਟੈਕਸ਼ਨ ਵਾਸਤੇ ਕੋਈ ਯਤਨ ਕਰਦੀ ਹੋਵੇ? ਦੇਖੋ ਜੀ, ਦੁੱਖ ਵਾਲੀ ਗੱਲ ਤਾਂ ਇਹ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਹਿਊਮਨ ਰਾਈਟਸ ਮੋਲੈਸਟ ਹੋ ਰਹੇ ਸੀ, ਉਹਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਸੀ, ਕ੍ਰਿਸਚਨਾਂ ਦੇ ਉੱਤੇ, ਇਸਲਾਮ ਦੇ ਉੱਤੇ, ਆ ਮੱਲੋ ਮੱਲੀ ਜਿਹੜੀ ਮਸਜਿਦ ਬਣਾਤੀ ਬਾਬਰੀ ਮਸਜਿਦ ਦੇ ਉੱਤੇ, ਸਾਡਾ ਹਿੰਦੂ ਟੈਂਪਲ ਹੈ, ਡੈਮ ਇਟ, ਆਈ ਟੈਲ ਦੈਮ ਇਟ ਇਜ਼ ਨਾਟ ਹਿੰਦੂ ਟੈਂਪਲ, ਇਟ ਵਾਜ਼ ਅ ਜੈਨ ਟੈਂਪਲ। ਦੇਖੋ ਤੁਹਾਨੂੰ ਮੈਂ 2 ਸਟੇਟਸ ਦੀ, ਕੇਰਲਾ ਔਰ ਮਦਰਾਸ ਦਾ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਮਦਰਾਸੇ, ਉਹਦਾ ਕੀ ਨਾਂ ਹੈਗਾ ਮਦਰਾਸ ਦੇ ਏਰੀਆ ਦਾ, ਤਮਿਲਨਾਡੂ ਦਾ। ਠੀਕ ਹੈ ਜੀ। ਜਿਹੜਾ ਕੇਰਲਾ ਸੀ, ਇੱਥੇ ਮੈਕਸੀਮਮ ਬੁੱਧਿਸਟ ਰਹਿੰਦੇ ਸੀ। ਤਾਂ ਆਚਾਰੀਆ ਸ਼ੰਕਰ ਦੇ ਵਕਤ ਜਦੋਂ ਭਗਤੀ ਮੂਵਮੈਂਟ ਚੱਲੀ, ਤਾਂ ਭਗਤੀ ਮੂਵਮੈਂਟ ਦੇ ਵਿੱਚ ਜਿਹੜਾ ਰਾਸ਼ਟਰਵਾਦ ਸੀ ਜਾਂ ਹਿੰਦੂਤਵਾ ਦਾ ਜਿਹੜਾ ਖਿਆਲ ਸੀ, ਉਹ ਇੰਨਾ ਵੱਡਾ ਚੜਿਆ ਕਿ ਉਹਨਾਂ ਨੇ
2 ਹਫ਼ਤੇ ਦੇ ਵਿੱਚ 8000 ਮੰਕਸ ਜਿਹੜੇ ਸੀ ਜਿਹੜੇ ਬੁੱਧਿਸਟ ਮੰਕ ਸੀ ਉਹ ਜਾਲ ਤੇ ਜੀਂਦੇ ਜਾਲ ਤੇ ਉਹਨਾਂ ਨੇ ਮੱਠਾਂ ਦੇ ਵਿੱਚ ਤੇ ਸਾਰੇ ਦੇ ਸਾਰੇ ਮੰਦਰ ਜਾਂ ਤਾਂ ਢਾਹ ਦਿੱਤੇ, ਉਹਨਾਂ ਦੇ ਜਿਹੜੇ ਬਣੇ ਹੋਏ ਸੀ ਮੱਠ ਢਾਹ ਦਿੱਤੇ, ਤੇ ਬਾਕੀਆਂ ਨੂੰ ਜਿਹੜਾ ਸੀ ਅੱਗ ਲਾਤੀ, ਤੇ ਵਿਚਾਰੇ ਜਾਨ ਬਚਾਉਣ ਲਈ ਜਿਹੜੇ ਉੱਥੋਂ ਦੌੜ ਗਏ ਉਹ ਜੰਗਲਾਂ ਦੇ ਵਿੱਚ ਬਚ ਗਏ। ਇਸੇ ਤਰ੍ਹਾਂ ਇਹਨਾਂ ਨੇ ਤਮਿਲਨਾਡੂ 'ਚ ਕੀਤਾ, ਉੱਥੇ ਜੈਨੀ ਜ਼ਿਆਦਾ ਸੀ, ਉੱਥੇ ਓਵਰ 9000 ਲੋਕ ਮੰਕਸ ਜਿਹੜੇ ਸੀ ਉਹ ਬਾਲ ਤੇ ਜਲਾ ਕੇ ਉਹਨਾਂ ਨੂੰ ਰਾਖ ਕਰਤਾ, ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੀਆਂ ਸਾਰੇ ਮੱਠ ਤਾਂ ਉਹਨਾਂ ਦੀ ਸਾਰੀ ਸਿਵਲਾਈਜੇਸ਼ਨ ਬਰਬਾਦ ਕਰਤੀ, ਤੇ ਉਹ ਜੰਗਲਾਂ 'ਚ ਵਾਧੀ। ਅੱਜ ਜਿਹੜੇ ਜੰਗਲਾਂ 'ਚ ਬੈਠੇ ਲੋਕ ਜਿਨ੍ਹਾਂ ਨੂੰ ਤੁਸੀਂ ਇਹ ਕਹਿੰਦੇ ਕਿ ਇਹ ਆਦੀਵਾਸੀ, ਉਹ ਆਦੀਵਾਸੀ ਉਹੀ ਆ ਜਿਹੜੇ ਜੈਨ ਲੋਕ ਇਹਨਾਂ ਨੇ ਭਜਾਏ ਸੀ, ਵਿਚਾਰੇ ਜੰਗਲਾਂ ਵਿੱਚ ਰਹਿੰਦੇ ਸੀ, ਜੋ ਮਿਲ ਗਿਆ ਖਾ ਲਿਆ, ਕੱਪੜੇ ਵੀ ਉਹਨਾਂ ਨੇ ਪਾੜ ਗਏ ਤੇ ਉਹ ਨੰਗੇ ਰਹਿਣ ਲੱਗ ਪਏ। ਇਸ ਕਿਸਮ ਦੀਆਂ ਹਾਲਾਤ ਇਹਨਾਂ ਨੇ ਕੀਤੀ ਆ। ਤੇ ਮੈਂ ਇਹ ਕਹੂੰਗਾ ਕਿ ਇਸ ਆਉਣ ਵਾਲੇ ਰਾਸ਼ਟਰ ਜਿਹੜਾ ਤੁਸੀਂ ਹਿੰਦੂ ਰਾਜ ਦੀ ਗੱਲ ਕਰਦੇ ਹੋ, ਜੇ ਇਹ ਆ ਗਿਆ ਤੇ ਉੱਥੇ ਨਾ ਸੋਲਮਨ ਉਹਦੇ 'ਚ ਸੇਫ ਆ ਤੇ ਨਾ ਹਰਜੀਤ ਹੀ ਸੇਫ ਤੇ ਨਾ ਸਾਡੇ ਉੱਤੇ ਖਾਨਦਾਨ। ਅੱਛਾ ਡਾਕਟਰ ਸਾਹਿਬ, ਥੋੜਾ ਜਿਹਾ ਆਪਾਂ ਬਹੁਤ ਜ਼ਿਆਦਾ ਇਤਿਹਾਸ ਪਿੱਛੇ ਚਲੇ ਜਾਂਦੇ ਆ। ਤੁਸੀਂ ਸ਼ੰਕਰਾਚਾਰੀਆ ਹੋਰਾਂ ਦੀ ਗੱਲ ਕੀਤੀ, ਜਿਨ੍ਹਾਂ ਨੇ ਤਲਵਾਰ ਦੇ ਜ਼ੋਰ ਨਾਲ ਭਾਰਤ ਵਿੱਚੋਂ ਜਿਹੜਾ ਅਮਨ ਦਾ ਇੱਕ ਸੰਦੇਸ਼ ਦੇਣ ਵਾਲਾ ਬੁੱਧਿਜ਼ਮ ਸੀਗਾ ਜਾਂ ਜੈਨਿਜ਼ਮ ਸੀਗਾ, ਉਹਨੂੰ ਕਿਸ ਤਰ੍ਹਾਂ ਦਬਾਇਆ ਔਰ ਉੱਥੋਂ ਉਹਨਾਂ ਨੂੰ ਭਜਾਇਆ। ਔਰ ਜਿਹੜੇ ਬੋਧੀ ਮੱਠ ਸੀ ਉਹ ਢਾਹ ਦਿੱਤੇ ਗਏ। ਤੁਸੀਂ ਸਾਰੀ ਗੱਲ ਦੱਸ ਦਿੱਤੀ ਆ। ਉਹਨਾਂ ਨੂੰ ਧੱਕ ਕੇ ਦੂਜੇ ਕੰਟਰੀ 'ਚ ਜਾਣ ਲਈ ਮਜਬੂਰ ਕਰ ਦਿੱਤਾ ਗਿਆ। ਅੱਜ ਦੁਨੀਆ ਦੇ ਵੱਖ-ਵੱਖ ਥਾਵਾਂ 'ਤੇ, ਲੰਕਾ 'ਚ, ਜਾਪਾਨ ਤੱਕ ਜਿਹੜੇ ਆ ਬੋਧੀ ਜਿਹੜੇ ਆ ਉਹ ਬੈਠੇ ਹੋਏ ਆ ਔਰ ਬੜੀ ਅੱਛੀ ਜ਼ਿੰਦਗੀ ਜੀ ਰਹੇ ਆ। ਪਰ ਦੂਜੇ ਪਾਸੇ ਜੇ ਭਾਰਤ ਦਾ ਆਪਾਂ ਵੇਖਦੇ ਹਾਂ, ਜਦੋਂ ਡੈਮੋਕ੍ਰੇਸੀ ਦੀ ਗੱਲ ਵੀ ਕਰੀਏ, ਇੱਕ ਸੰਵਿਧਾਨ ਵੀ ਬਣ ਗਿਆ, ਤੇ ਉਸ ਤੋਂ ਬਾਅਦ ਕਾਂਗਰਸ, ਜਿਨ੍ਹਾਂ ਖੁਦ ਸੰਵਿਧਾਨ ਦੀ ਘੜਨੀ ਸਭਾ ਉਹਨਾਂ ਨੇ ਖੁਦ ਬਣਾਈ ਸੀ, ਉਹਨਾਂ ਨੇ ਹੀ ਸੰਵਿਧਾਨ ਦੀਆਂ ਉਲੰਘਣਾਵਾਂ ਸ਼ੁਰੂ ਕਰ ਦਿੱਤੀਆਂ। ਇੰਦਰਾ ਗਾਂਧੀ ਹੋਰਾਂ ਨੇ ਕਿੱਦਾਂ ਪੋਟਾ, ਮੀਸਾ, ਸਾਰੇ ਕਾਨੂੰਨ ਜਿਹੜੇ ਆ ਇਹ ਕਾਂਗਰਸ ਦੀ ਦੇਣ ਆ। ਹੁਣ ਆ ਕੇ ਆਪਾਂ ਨਿੰਦਦੇ ਆ ਜ਼ਰੂਰ ਮੋਦੀ ਜਿਹੜਾ ਸ਼ਾਸਨ ਆ, ਸ਼ਾਸਨ ਨਹੀਂ ਇਹਨੂੰ ਕੁਸ਼ਾਸਨ ਕਹਿਣਾ ਚਾਹੀਦਾ ਆ, ਪਰ ਜਿਹੜਾ ਇਹ ਤੋਂ ਪਹਿਲਾਂ ਕਾਂਗਰਸ ਦਾ ਵਿਹਾਰ ਰਿਹਾ ਵਾ, ਉਹ ਵੀ ਤਾਂ ਕਿਤੇ ਨਾ ਕਿਤੇ ਬਹੁਤ ਹੀ ਗੈਰ ਜਮਹੂਰੀ ਔਰ ਘੱਟ ਗਿਣਤੀਆਂ ਨੂੰ ਦਬਾਉਣ ਦਾ ਟੇਢੇ ਢੰਗ ਨਾਲ ਔਰ ਕਾਨੂੰਨ ਇਹੋ ਜਿਹੇ ਲੈ ਕੇ ਆਉਣ ਦਾ ਜਿਹੜਾ ਸੀਗਾ ਉਹਨਾਂ ਦਾ ਲਗਾਤਾਰ ਸਿਲਸਿਲਾ ਚੱਲਦਾ ਰਿਹਾ। ਮੈਂ ਇਹ ਕਹੂੰਗਾ ਕਿ ਮੈਂ ਇਸ ਗੱਲ ਦੀ ਗੱਲ ਨਹੀਂ ਕਿ ਵੀ ਹਿੰਦੂਤਵ ਹੀ ਕਰ ਰਿਹਾ। ਜਿੰਨੀਆਂ ਵੀ ਪਾਰਟੀ 1947 ਤੋਂ ਲੈ ਕੇ ਅੱਜ ਤਾਈਂ ਆਈਆਂ, ਸਾਰਿਆਂ ਦਾ ਮੋਟਿਵ, ਇਹਨਾਂ ਦਾ ਰੰਗ ਭਗਵਾਂ ਜਾਂ ਚਿੱਟਾ ਸੀ, ਪਰ ਮੋਟਿਵ ਉਹਨਾਂ ਦਾ ਹਿੰਦੂਤਵ ਦੇ ਨਾਲ ਹੀ ਤਾਲੁਕ ਰੱਖਦਾ ਸੀ। ਮੈਂ ਤਾਂ ਇਹ ਫਰੈਂਕਲੀ ਕਹਿਣਾ ਚਾਹੁੰਦਾ ਜੀ। ਈਵਨ ਜਦੋਂ ਕਾਂਗਰਸ ਸੀ ਤਾਂ ਕਾਂਗਰਸ ਦੇ ਵਕਤ ਵੀ ਜਿਹੜੀਆਂ ਛੋਟੀਆਂ ਜਾਤੀਆਂ ਸੀ ਜਾਂ ਛੋਟੇ ਜਿਹੜੇ ਲੋਕ ਉੱਥੇ ਰਹਿ ਰਹੇ ਸੀ, ਉਹਨਾਂ ਨਾਲ ਇਹੋ ਹੀ ਵਿਹਾਰ ਸੀ। ਔਰ ਇਹ ਆਉਣ ਵਾਲੇ ਵਕਤ ਦੇ ਵਿੱਚ ਇਹਦਾ ਕਿਸੇ ਥਾਂ ਤੇ ਇਹਦਾ ਐਕਟ ਨਹੀਂ ਹੁੰਦਾ। ਮੈਂ ਇੱਕ ਲੇਡੀ ਨੂੰ ਜਾਣਦਾ ਹੈਗਾ, ਸ਼ੀ ਇਜ਼ ਦ ਹੈਡ ਆਫ ਦ ਸੰਸਕ੍ਰਿਤ ਡਿਪਾਰਟਮੈਂਟ ਇਨ ਦਿੱਲੀ। ਮੇਰੇ ਨਾਲ ਉਹਨਾਂ ਦੀ ਗੱਲਬਾਤ ਵੀ ਹੁੰਦੀ। ਉਹ ਆਦੀਵਾਸੀਆਂ 'ਚੋਂ, ਪਹਿਲੀ ਤਾਂ ਹੈਰਾਨੀ ਦੀ ਗੱਲ ਹੈ ਕਿ ਮੈਂ ਉਹਨੂੰ ਇਹ ਪੁੱਛਦਾ ਹੁੰਦਾ ਵੀ ਤੈਨੂੰ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਉਹਨਾਂ ਨੇ ਕਿਵੇਂ PhD ਕਰਨਾ, ਲੌਂਗ ਟਾਪਿਕ। ਪਰ ਉਹ ਇਹ ਚਾਹੁੰਦੀ ਆ, ਕਹਿੰਦੀ ਕਿ ਅੱਜ ਵੀ ਜਦੋਂ ਮੈਂ ਉੱਥੇ ਪੜ੍ਹਾਉਣ ਜਾਂਦੀ, ਹੈਡ ਆਫ ਦਾ ਡਿਪਾਰਟਮੈਂਟ ਹੁੰਦੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇਹ ਕਹਿਣਾ ਚਾਹੁੰਦੇ ਕਿ ਤੂੰ ਤਾਂ ਝਾੜੂ ਦਿੰਦੀ ਰਹੀ। ਇਹ ਇੱਕ ਮੈਨੀਫੋਲਡ ਸਿਸਟਮ ਹੈ। ਮੈਨੀਫੋਲਡ ਇਹ ਆ ਕਿ ਜਿਹੜੇ ਲੋਕ ਆਦੀਵਾਸੀ ਹੈ ਜਾਂ ਸ਼ਡਿਊਲ ਕਾਸਟ ਹੈ ਜਾਂ ਲੋਕ ਕਾਸਟ ਆ, ਤਾਂ ਆਧਰਮੀ ਆ, ਕ੍ਰਿਸਚਨ ਆ, ਬਾਲਮੀਕ ਆ, ਜਾਂ ਜਿਹੜੇ ਛੋਟੀਆਂ ਜਾਤੀਆਂ 'ਚ ਪੋਜੀਸ਼ਨ ਹੈ ਕਿ ਉਹਨਾਂ ਦੇ ਵਿੱਚ ਵੀ ਜਿਹੜੇ ਇਹਨਾਂ ਨੇ 50% ਕਰਕੇ ਡਿਪਟੀ ਕਮਿਸ਼ਨਰ ਤੇ SDM ਲਾਏ ਆ, ਉਹ ਆਪਣੇ ਆਪ ਨੂੰ ਇਨਸਾਈਡ ਦੇਅਰ ਓਨ ਸਿਸਟਮ, ਉਹ ਆਪਣੇ ਆਪ ਨੂੰ ਧਰਮੀ ਜਾਂ ਬਾਲਮੀਕ ਕਹਿਣੇ ਪਸੰਦ ਨਹੀਂ ਕਰਦੇ। ਉਹ ਕਹਿੰਦੇ ਨੋ, ਵੀ ਆਰ ਹਿੰਦੂਜ਼, ਵੀ ਆਰ ਬਿਗ ਕਲਾਸ। ਇਸ ਲਈ ਜਿਹੜਾ ਸੁਧਾਰ ਆ ਉਹ ਕਰਨਾ ਏਡਾ ਡਿਫੀਕਲਟ ਆ। ਜਿਹੜਾ ਉਸ ਨੂੰ ਉਹ ਪੱਤਾ ਖੇਲ ਰਿਹਾ ਹਿੰਦੂ, ਉਹ ਜਾਣਦਾ ਹੈਗਾ ਹਿੰਦੂਤਵ ਵਾਲੇ ਕਿ ਮੈਂ ਇਹਨਾਂ ਨੂੰ ਚੋਗਾ ਪਾ ਕੇ ਹੁਣ ਹਿੰਦੁਸਤਾਨ ਦੇ ਪ੍ਰਧਾਨ ਨੂੰ, ਜੇ ਆਦੀਵਾਸੀ ਨੂੰ ਬਣਾਤਾ, ਤਾਂ ਉਹਨੂੰ ਇਸ ਲਈ ਨਹੀਂ ਕਿ ਉਹਨੂੰ ਪਿਆਰ ਕਰਦੇ, ਇਸ ਲਈ ਬਣਾਤਾ। ਮੈਂ ਇੱਕ ਲੈਟਰ ਉਹਨੂੰ ਲਿਖਿਆ ਸੀ ਪ੍ਰੈਜ਼ੀਡੈਂਟ ਨੂੰ, ਉਹਦੇ 'ਚ ਮੈਂ ਲਿਖਿਆ ਸੀ ਮੈਨੂੰ ਪਤਾ ਹੈ ਤੇਰਾ ਹੱਥ ਨਹੀਂ ਆਉਣਾ ਲੈਟਰ, ਉਹ ਤੋਂ ਪਹਿਲਾਂ ਅਗਲੇ ਨੇ ਪੜ੍ਹ ਕੇ ਪਾੜ ਕੇ ਉੱਧਰ ਸਿਰ ਜਾਣਾ, ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਸਾਰਾ ਕੁਝ ਛੱਡ ਕੇ ਆ ਜਾਊਂਗਾ, ਤੇਰੇ ਨਾਲ ਕੰਮ ਕਰੂੰਗਾ। ਤੂੰ ਇਸ ਲੇਡੀ ਜਿਹੜੀ ਹੈਡ ਆਫ ਦਾ ਸੰਸਕ੍ਰਿਤ ਡਿਪਾਰਟਮੈਂਟ ਹੈ, ਇਹਦੀ ਸੰਸਥਾ ਨੂੰ ਜੁਆਇਨ ਕਰ, ਔਰ ਆਉਣ ਵਾਲੇ ਵਕਤ ਦੇ ਵਿੱਚ ਜਿਹੜੇ ਆਦੀਵਾਸੀ, ਉਹਨਾਂ ਵਿੱਚੋਂ ਆਪਣੇ ਵਰਗੇ ਲਾਇਰ ਤੇ ਆਪਣੇ ਵਰਗੇ ਵੱਡੇ ਜਿਹੜੇ ਪ੍ਰੈਜ਼ੀਡੈਂਟ ਉਹ ਪੈਦਾ ਕਰ।
ਫਿਰ ਤਾਂ ਤੂੰ ਕੰਮ ਕਰ। ਜੇ ਤੂੰ ਰਾਸ਼ਟਰ ਭਵਨ ਦੇ ਵਿੱਚ ਬੈਠਾ ਉੱਥੇ ਮਤਲਬ ਐਸ਼ ਪ੍ਰਸਤੀ ਦੇ ਵਿੱਚ ਬੈਠਾ ਤਾਂ ਤੂੰ ਮੇਰੇ ਲਈ ਕੋਈ ਪ੍ਰੈਜ਼ੀਡੈਂਟ ਨਹੀਂ ਹੈ। That lady is coming here soon. I'm calling her to be a speaker on my ਜੀ organization. ਅੱਛਾ ਡਾਕਟਰ ਸਾਹਿਬ ਥੋੜੀ ਜਿਹੀ ਗੱਲ ਮੈਂ ਤੁਹਾਡੇ ਨਾਲ ਇਹ ਜਾਣਨਾ ਚਾਹੁੰਦਾ ਤੁਹਾਡੇ ਕੋਲ, ਜਿਹੜਾ ਭਾਰਤ ਦਾ ਕਾਸਟਿਜ਼ਮ ਆ, ਜਿਹੜਾ ਜਾਤੀਵਾਦ ਆ, ਮਨੂਵਾਦ ਆ, ਉਹਦਾ ਹਿਊਮਨ ਰਾਈਟਸ ਨਾਲ ਸਿੱਧਾ, ਹਿਊਮਨ ਰਾਈਟਸ ਦੇ ਵਿਰੋਧ ਵਿੱਚ ਕਿੰਨਾ ਕੁ ਵੱਡਾ ਰੋਲ ਹੈ ਜੇ ਆਪਾਂ ਇੱਥੇ ਹੀ ਗੱਲ ਕਰੀਏ ਕਿ ਕਿਉਂਕਿ ਮਨੂਵਾਦ ਜਿਹੜਾ ਉਹ ਹਿੰਦੂ ਧਰਮ ਦੀ ਇੱਕ ਮੁੱਢ ਦੀ ਮਨੂ ਸਿਮਰਤੀ ਇੱਕ ਗ੍ਰੰਥ ਹੈ ਜਿਹਨੇ ਸਾਰਾ ਕੁਝ ਤਿਆਰ ਕੀਤਾ। ਕੌਣ ਵਿਸ਼ਨੂੰ ਦੇ ਸਿਰ ਤੋਂ ਪੈਦਾ ਹੋਇਆ, ਕੌਣ ਪੈਰਾਂ 'ਚੋਂ ਹੋਇਆ, ਕੌਣ ਸ਼ੂਦਰ ਆ, ਕੌਣ ਕਸ਼ਤਰੀ ਆ, ਤੇ ਕਿਹਨੂੰ ਕੀ ਰਾਈਟ ਨੇ। ਰਾਈਟਸ ਤੇ ਉੱਥੋਂ ਹੀ ਵੰਡੇ ਗਏ ਜਦੋਂ ਕਿਹਾ ਗਿਆ ਕਿ ਜਿਹੜੇ ਬ੍ਰਾਹਮਣ ਨੇ ਉਹਨਾਂ ਤੋਂ ਇਲਾਵਾ ਕਿਸੇ ਨੂੰ ਐਜੂਕੇਸ਼ਨ ਦਾ ਰਾਈਟਸ ਨਹੀਂ ਆ, ਕਿਸੇ ਨੂੰ ਦੂਜਾ ਨਹੀਂ ਆ, ਮਤਲਬ ਤੇ ਉਹਦੀ ਬੁਨਿਆਦ ਦੇ ਵਿੱਚ, ਭਾਰਤ ਦੇ ਹਿੰਦੂਇਜ਼ਮ ਦੀ ਬੁਨਿਆਦ ਵਿੱਚ ਹੀ ਪਿਆ ਸਾਰਾ ਕੁਝ। ਜੇ ਆਪਾਂ ਇਹਨੂੰ ਇਸ ਐਂਗਲ ਤੋਂ ਵੀ ਵੇਖੀਏ, ਜਿਹੜਾ ਕਾਸਟਿਜ਼ਮ ਹੈ ਉਹਦਾ ਹਿਊਮਨ ਰਾਈਟਸ ਨਾਲ ਕਿੰਨਾ ਕੁ ਸਿੱਧਾ ਜਾਂ ਸਿੱਧਾ ਸੰਬੰਧ ਆ? ਦੇਖੋ ਜੀ, ਇਹਨੂੰ ਜਿਹੜਾ ਉਹ ਮਨੂਵਾਦ ਹੈ ਉਹਨੂੰ ਵਰਨਵਾਦ ਕਹਿੰਦੇ ਆ। ਹਾਂਜੀ, ਵਰਨਵਾਦ ਦੇ ਵਿੱਚ ਇਹ ਆ, ਸ਼ਰਮ ਸੰਸਕ੍ਰਿਤ ਦਾ ਸ਼ਰਮ, ਹਾਂਜੀ, ਸ਼ਰਮ ਨਹੀਂ ਸ਼ਰਮ, ਸ਼ਰਮ ਦਾ ਮਤਲਬ ਹੈ ਮਿਹਨਤ ਮਜ਼ਦੂਰੀ ਕਰਨੀ ਜੀ, ਕੰਮ। ਸ਼ਰਮ ਤੇ ਕਰਮ, ਕਿਰਿਆ ਤੇ ਧਰਮ। ਜੇ ਉਸ ਨੂੰ ਇੱਕ ਕੌਮ ਦਾ ਧਰਮ ਡਿਟਰਮਿਨ ਕਰ ਲਾ, ਉਹ ਕੌਮ ਕਦੀ ਵੀ ਖੜੀ ਨਹੀਂ ਰਹਿ ਸਕਦੀ। ਐਂਡ ਦੈਟ ਇਜ਼ ਵਾਟ ਇਜ਼ ਹੈਪਨਿੰਗ ਇਨ ਇੰਡੀਆ ਐਟ ਪ੍ਰੈਜ਼ੈਂਟ। ਕਿ ਇੱਕ ਬੰਦਾ ਕਿੰਨਾ ਵੀ ਇੰਟਲੈਕਚੁਅਲ ਹੋਵੇ, ਉਹਨਾਂ ਨੇ ਇਹ ਪਹਿਲਾਂ ਸੋਚਣਾ ਕਿ ਇਹ ਕਿਹੜੀ ਕੌਮ 'ਚੋਂ ਜਾਂ ਕਿਹੜੇ ਵਰਨ ਦੇ ਵਿੱਚੋਂ ਹੁੰਦਾ। ਮਿਸਾਲ ਦੇ ਤੌਰ 'ਤੇ ਜੇ ਕੋਈ ਰੈਵੋਲਿਊਸ਼ਨ ਆਇਆ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਤਾਂ ਉਹ ਸਿੱਖ ਧਰਮ ਦੇ ਵਿੱਚ ਆਇਆ। ਨਹੀਂ ਤਾਂ ਹਿੰਦੁਸਤਾਨ ਨੇ ਕਦੀ ਰੈਵੋਲਿਊਸ਼ਨ ਆਪਣੀ ਸੁਸਾਇਟੀ 'ਚ ਆਪਣੀ ਧਰਮ ਦੇ ਵਿੱਚ ਨਹੀਂ ਲਿਆਂਦਾ ਸਿਵਾਏ ਸਿੱਖ ਧਰਮ ਤੋਂ। ਸਿੱਖ ਧਰਮ ਨੇ ਇਹ ਪਹਿਲੀ ਵਾਰੀ ਹੋਇਆ ਕਿ ਇੱਕ ਸ਼ਡਿਊਲ ਕਾਸਟ ਜਾਂ ਲੋ ਕਾਸਟ ਜਾਂ ਪੈਜ਼ੈਂਟ ਕਲਾਸ ਜਿਹੜਾ ਉਹ ਪਗੜੀ ਵੀ ਬੰਨ੍ਹ ਸਕਦਾ, ਨਹੀਂ ਤਾਂ ਪਗੜੀ ਵੀ ਨਹੀਂ ਬੰਨ੍ਹ ਸਕਦੇ ਸੀ। ਸਿੱਖ ਧਰਮ ਦੇ ਵਿੱਚ ਕੋਈ ਜਿਹੜੀ ਲੋ ਕਾਸਟ ਹੈ ਜਾਂ ਜਿਹੜੇ ਕਿਸਾਨ ਹੈ, ਉਹਨਾਂ ਵਿੱਚੋਂ ਕੋਈ ਵੀ ਬੰਦਾ ਘੋੜੇ 'ਤੇ ਨਹੀਂ ਚੜ੍ਹ ਸਕਦਾ, ਕੋਈ ਬੰਦਾ ਤਲਵਾਰ ਨਹੀਂ ਪਹਿਨ ਸਕਦਾ। ਉਹ ਮੂਰਖੋ, ਅਸਲ ਦੇ ਵਿੱਚ ਲੜਾਈ ਕਰਨ ਵਾਲੀ ਤਾਂ ਜਿਹੜੀ ਕ੍ਰਿਸ਼ੀ ਜਾਂ ਕਿਸਾਨ ਜਾਂ ਜਿਹੜੀ ਮਜ਼ਦੂਰ ਤਬਕਾ ਉਹੀ ਹੁੰਦੇ, ਉਹਨਾਂ ਨੂੰ ਇਹਨਾਂ ਨੇ ਆਈਸੋਲੇਟ ਕਰਤਾ। ਤੇ ਜਿਹੜੇ ਰਾਜਪੂਤ ਧਰਮ ਦੇ ਚਲਾਉਣ ਵਾਲੇ ਸੀ ਉਹ ਮੌਕਾ ਪ੍ਰਸਤ ਬਣ ਗਏ, ਤੇ ਜੇ ਗੁਲਾਮ ਨਹੀਂ ਇਹਨਾਂ ਨੇ ਹੋਣਾ ਸੀ ਤੇ ਹੋਰ ਕੀ ਹੋਣਾ ਸੀ। ਤੇ ਅੱਜ ਵੀ ਜੇ ਇਹ ਪੁਰਾਣੇ, ਇਹਨੂੰ ਇੱਕ ਲਫ਼ਜ਼ ਹੁੰਦਾ ਜੀ ਥਿਓਲੋਜੀ ਦੇ ਵਿੱਚ, ਮੇਰੇ ਧਰਮ ਦੇ ਗਿਆਨ ਦੇ ਵਿੱਚ, ਤੁਸੀਂ ਮੇਰਾ ਖਿਆਲ ਲਾਈਕ ਕਰੋਗੇ, ਉਹਨੂੰ ਕਹਿੰਦੇ ਰਸੀਡਿਵਿਜ਼ਮ। ਰਸੀਡਿਵਿਜ਼ਮ ਦਾ ਮਤਲਬ ਹੈ, ਤੁਸੀਂ ਬਿਗਨਿੰਗ ਦੇ ਵਿੱਚ ਇਹ ਕਿਹਾ ਸੀ ਜੇ ਪਿਸ਼ਾਬ ਪੀਂਦੇ ਗੋਹਾ ਖਾਂਦੇ ਆ। ਰਸੀਡਿਵਿਜ਼ਮ ਦਾ ਮਤਲਬ ਹੈ ਕਿ ਪਿਛਲੀ ਖੁਰੀ ਮੁੜ ਜਾਣਾ, ਪਿੱਛੇ ਮੁੜ ਜਾਣਾ, ਰਸੀਡ ਕਰ ਜਾਣਾ। ਜੇ ਧਰਮ ਕੋਈ ਰਸੀਡ ਕਰਦਾ ਤਾਂ ਅੱਗੇ ਨਹੀਂ ਵੱਧਦਾ, ਉਹ ਦੁਨੀਆ ਤੇ ਕਾਇਮ ਨਹੀਂ ਰਹਿੰਦਾ। ਤੇ ਅੱਜ ਮੈਂ ਫਿਰ ਕਹਾਂਗਾ, ਇਹ ਬੜੀ ਕੈਟੇਗੋਰੀਕਲੀ ਕਹਾਂਗਾ ਕਿ ਹਿੰਦੁਸਤਾਨ ਦੇ ਆਉਣ ਵਾਲੇ ਸਮੇਂ 'ਚ ਬੇਸ਼ੱਕ ਸਾਡੀਆਂ ਉਮਰਾਂ ਹੁਣ ਪੱਕੀਆਂ ਹੁੰਦੀਆਂ ਜਾਂਦੀਆਂ, ਮੈਂ ਤੁਹਾਡੇ ਤੋਂ ਬਹੁਤ ਵੱਡਾ, ਆਈ ਐਮ ਗੋਇੰਗ ਟੂ ਬੀ 84 ਔਨ ਦਿਸ ਕ੍ਰਿਸਮਸ। ਮੈਂ ਇਹ ਕਹੂੰਗਾ, ਮੈਂ ਤਾਂ ਹੁਣ ਦੇਖਾਂ ਜਾਂ ਨਾ ਦੇਖਾਂ, ਪਰ ਇਹ ਮੇਰੇ ਪ੍ਰੋਫੈਟਿਕ ਵਰਡ ਹੈ ਕਿ ਹਿੰਦੁਸਤਾਨ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਜੇ ਇਹ ਡੈਮੋਕ੍ਰੈਟਿਕ ਸਿਸਟਮ ਨਾ ਅਪਣਾ ਸਕੀ ਤੇ ਹਿੰਦੁਸਤਾਨ ਦੇ ਫਿਰ ਟੋਟੇ ਹੋ ਜਾਣਗੇ, ਜਿਹੜੇ 18ਵੀਂ 19ਵੀਂ ਸਦੀ ਦੇ ਵਿੱਚ ਸੀ, ਜਿਹੜੇ ਗੌਰੀ ਤੇ ਮੀਰ ਕਾਸਮ ਗੌਰੀ ਗਜ਼ਨਵੀ ਤੇ ਆਉਣ ਵਾਲੇ ਵਕਤ 'ਚ ਮੁਗਲ ਜਾਂ ਲੋਧੀ ਜਿਹੜੇ ਉਹਨਾਂ ਨੇ ਆ ਕੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ, ਤੇ ਫਿਰ ਬ੍ਰਿਟਿਸ਼ ਲੋਕਾਂ ਦਾ ਰਾਜ ਹੋ ਗਿਆ। ਤੇ ਉਸੇ ਹੀ ਰਾਜ ਦੇ ਵਿੱਚ ਜਾਂ ਉਹਨਾਂ ਵੰਡੀਆਂ ਦੇ ਵਿੱਚ ਇਹ ਸਾਰਾ ਮੁਲਕ ਵੰਡਿਆ ਜਾਵੇਗਾ। ਹਿਊਮਨ ਰਾਈਟਸ, ਇਹ ਇੱਕ ਗਾਂ ਨੂੰ ਤਾਂ ਰਾਈਟ ਦਿੰਦੇ ਆ ਕਿ ਹਰਜੀਤ ਜੇ ਕਿਸੇ ਗਾਂ ਨੂੰ ਸੋਟਾ ਪੜਦਾ ਤਾਂ ਅਗਲੇ ਮਾਰ ਦੇਣਗੇ ਹਰਜੀਤ ਨੂੰ ਜੋ ਸੋਟਾ ਮਾਰ ਲੈ, ਪਰ ਔਰਤ ਨੂੰ ਜੇ ਸਾਹਮਣੇ ਜਲਾ ਦੇਣ ਤਾਂ ਉਹਦਾ ਕੋਈ ਹੱਕ ਨਹੀਂ। ਅੱਛਾ ਡਾਕਟਰ ਸਾਹਿਬ ਦੇ ਵਿੱਚ ਦੇਖੋ, ਦੋ ਚਾਰ ਚੀਜ਼ਾਂ ਮੈਕਸਿਮਮ ਦੱਸਾਂ। ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੇ ਦੁਨੀਆ ਵਿੱਚ ਟੋਟਲ, ਹਰਜੀਤ ਜੀ, ਟੋਟਲ ਜਿਹੜੇ ਅੰਨੇ ਆ ਨਾ ਦੁਨੀਆ 'ਚ, ਹਾਂਜੀ, ਉਹ 37 ਮਿਲੀਅਨ ਆ। ਉਹਨਾਂ 'ਚੋਂ 18 ਮਿਲੀਅਨ ਅੰਨੇ ਜਿਹੜੇ ਹਿੰਦੁਸਤਾਨ 'ਚ ਰਹਿੰਦੇ। ਤਾਂ ਮੈਂ ਪੜ੍ਹ ਕੇ ਮੈਨੂੰ ਖਾਸਾ ਜਿਹਾ ਵੀ ਆ ਰਿਹਾ ਸੀ ਵੀ ਮੈਂ ਸੋਚਦਾ 1.2 ਬਿਲੀਅਨ ਸਾਰੇ ਦੇ ਸਾਰੇ ਹੀ ਅੰਨੇ ਆ। ਸਭ ਤੋਂ ਮੈਕਸਿਮਮ ਅਨਪੜ੍ਹ ਲੋਕ ਜਿਹੜੇ ਹੈਗੇ ਆ ਉਹ ਹਿੰਦੁਸਤਾਨ ਦੇ ਵਿੱਚ ਵਸਦੇ ਆ। ਤੇ ਉਹਦੇ ਵਿੱਚ ਵੀ ਮੇਰੇ ਕਮੈਂਟਸ ਇਹ ਸੀਗੇ, ਵੈਲ, ਕਿ ਜੇ ਉਹਨਾਂ ਨੂੰ ਅਕਲ ਜਾਂ ਦਾਨਾਈ ਨਹੀਂ ਜਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੇ ਉਹ ਸਾਰੇ ਦੇ ਸਾਰੇ ਅਨਪੜ੍ਹ ਹੀ ਆ। ਹਿੰਦੁਸਤਾਨ ਦੇ ਵਿੱਚ
700 ਜ਼ਬਾਨਾਂ ਬੋਲੀਆਂ ਜਾਂਦੀਆਂ। ਜੇ ਕਈ ਜ਼ਬਾਨਾਂ ਬੋਲੀਆਂ ਤੇ ਜਾਂਦੀਆਂ, ਉਹ ਲਿਖੀਆਂ ਨਹੀਂ ਜਾਂਦੀਆਂ ਆਦੀਵਾਸੀਆਂ ਦੀਆਂ। ਪਰ ਜੇ ਇੱਕ ਕੋਹੇਸ਼ਨ ਨਹੀਂ, ਇੱਕ ਲੈਂਗੁਏਜ ਮੀਡੀਅਮ ਨਹੀਂ, ਇੱਕ ਕੌਮ ਦੇ ਬਰਬਾਦ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ, ਤਰੀਕਾਕਾਰ, ਕਿ ਜੇ ਉਹਦੀ ਸੱਭਿਅਤਾ, ਜੇ ਉਹਦੀ ਜ਼ਬਾਨ, ਜੇ ਉਹਦਾ ਧਰਮ ਉੱਤੋਂ ਖੋਲੋ ਤਾਂ ਕੌਮ ਬਰਬਾਦ ਹੋ ਜਾਂਦੀ। ਅੱਛਾ ਡਾਕਟਰ ਸਾਹਿਬ, ਜੇ ਆਪਾਂ ਜਿਹੜੇ ਮੌਜੂਦਾ ਭਾਰਤ ਦੇ ਵਿੱਚ ਕਾਨੂੰਨ ਲਿਆਂਦੇ ਗਏ ਨੇ ਲਾ ਐਂਡ ਆਰਡਰ ਮੇਨਟੇਨ ਕਰਨ ਦੇ ਨਾਂ ਥੱਲੇ, ਜੇ ਉਹਨਾਂ ਦੇ ਉੱਤੇ ਗੱਲ ਕਰੀਏ, ਜਿੱਦਾਂ ਪੋਟਾ ਦਾ ਨਾਂ ਦਾ ਬੜਾ ਬਦਨਾਮ ਕਾਨੂੰਨ ਸੀ, ਇੰਦਰਾ ਗਾਂਧੀ ਨਾਲ ਲਿਆਂਦਾ ਸੀ, ਮੀਸਾ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਉਹਨੂੰ ਕਹਿੰਦੇ ਸੀਗੇ, ਤੇ ਉਹਨਾਂ ਦਿਨਾਂ 'ਚ ਐਮਰਜੈਂਸੀ ਸੀ ਤੇ ਲੋਕ ਕਹਿੰਦੇ ਹੁੰਦੇ ਸੀਗੇ ਮੇਨਟੇਨੈਂਸ ਆਫ ਇੰਦਰਾ ਸੰਜੇ ਐਡਮਿਨਿਸਟ੍ਰੇਸ਼ਨ, ਮਤਲਬ ਉਹਦਾ ਨਾਂ ਇੱਦਾਂ ਦਾ ਬਣਾ। ਤੇ ਇਸ ਤੋਂ ਬਾਅਦ ਪਤਾ ਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਮੈਕਸਿਮਮ ਮੈਂ ਕਮਿਊਨਿਸਟ ਪਾਰਟੀ ਦੇ ਵਿੱਚ ਕੰਮ ਕਰਦਾ ਸੀ, ਤੇ ਬਣਾਏ ਤਾਂ ਸਾਡੇ ਲਈ ਗਏ ਸੀ। ਹਾਂਜੀ, ਇਹ ਸਾਰੇ ਕਾਨੂੰਨ ਸਾਡੇ ਲਈ ਬਣੇ ਸੀ। ਮੈਂ ਇਹੀ ਗੱਲ ਕਰਨੀ ਚਾਹੁੰਦਾ ਕਿ ਜਦੋਂ ਵੀ ਭਾਰਤ ਵਿੱਚ ਕੋਈ ਵੀ ਮੂਵਮੈਂਟ ਉੱਠਦੀ ਆ ਤੇ ਉਹਨੂੰ ਰੋਕਣ ਲਈ ਅਲੱਗ ਤਰ੍ਹਾਂ ਦੇ ਕਾਨੂੰਨ ਜਿਹੜੇ ਆ ਉਹ ਲੈ ਕੇ ਆਉਂਦੀਆਂ ਨੇ ਸਰਕਾਰਾਂ। ਹੁਣ ਤੇ ਹੱਦ ਹੋ ਗਈ ਕਿ ਅਸੀਂ ਬੜਾ ਨਿੰਦਾ ਕਰਦੇ ਹੁੰਦੇ ਸੀਗੇ, ਖਾਸ ਕਰਕੇ ਪਾਕਿਸਤਾਨ ਸਾਡੇ ਗੁਆਂਢੀ ਮੁਲਕ ਵਿੱਚ ਇੱਕ ਈਸ਼ਨੰਦਾ ਕਾਨੂੰਨ ਹੈ, ਜਿਹਦੇ ਵਿੱਚ ਬਹੁਤ ਸਾਰੇ ਕ੍ਰਿਸਚਨ ਲੋਕਾਂ ਨੂੰ ਉੱਥੇ ਤੰਗ ਕੀਤਾ ਗਿਆ, ਪਰੇਸ਼ਾਨ ਕੀਤਾ ਗਿਆ। ਆਪਾਂ ਨੂੰ ਪਤਾ ਇਸ ਗੱਲ ਦਾ, ਉਹ 'ਚ ਕੋਈ ਦੋ ਰਾਵਾਂ ਨਹੀਂ ਗਈਆਂ। ਸਿੱਖਾਂ ਨੂੰ ਵੀ ਕਿਸੇ ਵਕਤ ਉੱਥੇ 300,000 ਸਿੱਖ ਰਹਿੰਦਾ ਸੀ, ਇਸ ਵੇਲੇ 30,000 ਲੋਕ 3,000 ਲੋਕ ਰਹਿੰਦੇ ਜੀ। ਜਦੋਂ ਅਸੀਂ ਸੈਪਰੇਟ ਹੋਏ ਆ, ਜਿਹੜੀਆਂ ਉੱਥੇ ਮਿਨੋਰਟੀ ਸੀਗੀਆਂ ਉਹ 12% ਸੀ, ਜਿਹੜੀਆਂ ਘਟ ਕੇ ਹੁਣ 1.5% ਤੋਂ ਵੀ ਥੱਲੇ ਆ ਗਈਆਂ ਜੀ ਵੈਸੇ ਜੀ ਪਾਕਿਸਤਾਨ 'ਚ ਓਵਰਆਲ ਦੇਖੀਏ। ਤੇ ਭਾਰਤ ਵਿੱਚ ਵੀ ਅਸੀਂ ਕੋਈ ਵੱਖਰੇ ਨਹੀਂ ਆ। ਭਾਰਤ ਵਿੱਚ ਵੀ ਜਿਸ ਤਰੀਕੇ ਨਾਲ ਮੌਬ ਲਿੰਚਿੰਗ ਹੋ ਰਹੀ ਆ, ਜਿਸ ਤਰੀਕੇ ਨਾਲ ਧਰਮ ਦੀ ਆੜ ਹੇਠ ਦੂਜੇ ਲੋਕਾਂ ਨੂੰ ਦਬਾਇਆ ਜਾਂਦਾ, ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਉੱਤੇ ਸਿੱਧੇ ਤੌਰ ਤੇ ਆਪਾਂ ਜੇ ਕਹੀਏ ਤੇ ਨੰਗੇ ਧੜ ਉਹਨਾਂ ਦੇ ਉੱਤੇ ਜਿਹੜਾ ਵਾ ਉਹ ਰਿਪਰੈਸ਼ਨ ਹੋ ਰਿਹਾ। ਜੇ ਉਹਨਾਂ ਦੀ ਮਿਨਿਸਟਰ ਆਫ ਹੈਲਥ ਇਹ ਕਹਿੰਦੀ ਆ, ਇਹ ਉਹਦੀ ਸਟੇਟਮੈਂਟ ਹੈ ਕਿ ਇਹ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਸਾਰੇ ਬਾਜ਼ਾਰ ਰੇਪ ਕਰੋ ਸੜਕਾਂ ਦੇ ਉੱਤੇ, ਤੇ ਇਹਨਾਂ ਤੇ ਤਸ਼ੱਦਦ ਕਰੋ, ਤਾਂ ਹੋਰ ਉਸ ਕੌਮ ਦਾ ਕੀ ਕਹਿ ਸਕਦੇ? ਇਹ ਉਹਦੀ ਸਟੇਟਮੈਂਟ। ਅੱਛਾ ਡਾਕਟਰ ਸਾਹਿਬ, ਅੱਜ ਵੀ ਜਿਹੜੇ ਪ੍ਰੋਗਰੈਸਿਵ ਲੋਕ ਹੈ, ਤੁਸੀਂ ਕਮਿਊਨਿਸਟ ਪਾਰਟੀਆਂ ਦੀ ਗੱਲ ਕੀਤੀ, ਹੁਣ ਕਮਿਊਨਿਸਟਾਂ ਦੀ ਹੋਣ ਤੇ ਭਾਰਤ ਵਿੱਚ ਕੋਈ ਨਾਂ ਦੇ ਬਰਾਬਰ ਹੀ ਹੋ ਗਈ, ਕਿਉਂਕਿ ਜਦੋਂ ਉਹਨਾਂ ਨੇ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਪੈਰ ਰੱਖ ਲਿਆ ਤੇ ਉਹ ਹੌਲੀ ਹੌਲੀ ਗਲਤਾਨ ਹੋ ਗਏ, ਉਸੇ ਹੀ ਸਰਮਾਏਦਾਰੀ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਗਰਕ ਹੋ ਗਏ ਲਗਭਗ। ਵੱਡੇ ਵੱਡੇ ਲੀਡਰ ਉਹਨਾਂ ਦੇ ਕਹਿਣ ਨੂੰ ਆਈਡੀਓਲੋਜੀ ਦਾ ਨਾਂ ਲੈਂਦੇ ਰਹੇ, ਮਾਰਕਸਿਜ਼ਮ ਕਹਿੰਦੇ ਰਹੇ, ਪਰ ਉਹਨਾਂ ਦੇ ਅਸਲ 'ਚ ਜਿਹੜੇ ਕੰਮਕਾਰ ਸੀ ਉਹ ਮਾਰਕਸਿਜ਼ਮ ਦੇ ਅਨੁਕੂਲ ਨਹੀਂ ਸੀ ਰਹੇ, ਜਿਹਦੇ ਕਰਕੇ ਉਹਨਾਂ ਹੌਲੀ ਹੌਲੀ ਲੋਕਾਂ ਨੇ ਉਹਨਾਂ ਤੋਂ ਪੱਲਾ ਛਡਾ ਰਿਹਾ। ਤੇ ਇਸ ਵੇਲੇ ਜਿਹੜੀ ਪ੍ਰੋਗਰੈਸਿਵ ਲਹਿਰ ਆ, ਜਿਹੜੀ ਡੈਮੋਕ੍ਰੇਸੀ 'ਚ ਹਿੱਸਾ ਲੈਂਦੀ ਆ, ਉਹਦੀ ਜਿਹੜੀ ਹਾਲਤ ਉਹ ਆਪਾਂ ਵੇਖਦੇ। ਮੈਂ ਮਾਓਵਾਦੀਆਂ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਅੱਜ ਵੀ ਕੋਈ 110-12 ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਯੁੱਧ ਕਿਸਮ ਦਾ ਲੜ ਰਹੇ ਨੇ ਆਪਣੇ ਹੱਕਾਂ ਲਈ, ਆਪਣੀ ਜ਼ਮੀਨ ਜੰਗਲ ਪੌਣ ਪਾਣੀ ਬਚਾਉਣ ਲਈ। ਉਹ ਇੱਕ ਅਲੱਗ ਤਰ੍ਹਾਂ ਦੀ ਲਹਿਰ ਹੈ। ਪਰ ਜਿਹੜਾ ਪ੍ਰੋਗਰੈਸਿਵ ਲਹਿਰ ਸੀਗੀ, ਜਿਹਦਾ ਤੁਸੀਂ ਕਹਿੰਦੇ ਹੋ ਜਦੋਂ ਨਕਸਲਾਈਟ ਮੂਵਮੈਂਟ ਸ਼ੁਰੂ ਹੋਈ, ਉਸ ਤੋਂ ਬਾਅਦ ਹੌਲੀ ਹੌਲੀ ਕਈ ਧੜੇ ਬਣ ਗਏ, CPM CPI। ਹੁਣ ਤੇ ਉਹ ਕਹਿੰਦੇ ਹੁੰਦੇ ਆ ਜਿੱਦਾਂ ਪੂਰਬੀਆਂ ਦੇ 11 ਪੂਰਬੀਆਂ ਹੋਣ ਤੇ 12 ਚੁੱਲ੍ਹੇ ਹੁੰਦੇ ਉਹਨਾਂ ਦੇ, ਉਹੋ ਜਿਹਾ ਹਾਲ ਕਮਿਊਨਿਸਟਾਂ ਦਾ ਭਾਰਤ ਵਿੱਚ ਹੋਇਆ ਪਿਆ ਆ। ਸੋ ਜਿਹੜੇ ਕਾਨੂੰਨ ਬਣੇ ਟਾਈਮ ਤੋਂ ਟਾਈਮ, ਕੀ ਉਹਨਾਂ ਦਾ ਵੀ ਇਹਨਾਂ ਲਹਿਰਾਂ ਨੂੰ, ਕਮਿਊਨਿਜ਼ਮ ਨੂੰ ਖਤਮ ਕਰਨ 'ਚ ਕੋਈ ਰੋਲ ਹੈ? ਅਸਲ ਦੇ ਵਿੱਚ ਨਾ ਇਹ ਬਹੁਤ ਗਹਿਰਾ ਟੌਪਿਕ ਹੈਗਾ। ਥੈਂਕ ਯੂ ਫॉर दैट ਕੁਐਸਚਨ। ਉਹਦਾ ਕੁਐਸਚਨ ਇਹ ਆ ਕਿ ਜਿਹੜਾ ਸਿਆਸਤਦਾਨ ਹੁੰਦਾ ਉਹ ਬਹੁਤ ਕ੍ਰਾਫਟੀ ਹੁੰਦਾ, ਉਹ ਪੜ੍ਹਿਆ ਲਿਖਿਆ ਵੀ ਹੁੰਦਾ, ਉਸ ਕ੍ਰਾਫਟੀ। ਉਹਨਾਂ ਨੂੰ ਇਹ ਪਤਾ ਹੁੰਦਾ ਕਿ ਲੋਕ ਜਿਹੜੇ, ਦੇਖੋ ਜਿਹੜਾ ਗੁਲਾਮੀ ਦਾ ਸਭ ਤੋਂ ਵੱਡਾ ਅਸਰ ਹਰਜੀਤ ਜੀ ਪੈਂਦਾ ਹੈਗਾ ਨਾ ਇੱਕ ਕੌਮ ਤੇ, ਉਹ ਇਹ ਆ ਕਿ ਉਹ ਆਪਣੀ ਸੈਲਫ ਰੀਅਲਾਈਜੇਸ਼ਨ ਜਾਂ ਸੈਲਫ ਪ੍ਰੈਸਟੀਜ ਜਾਂ ਆਨਰ ਗਵਾ ਬੈਂਦਾ। ਉਹਦਾ ਰਿਜ਼ਲਟ, ਜਿਹਨੂੰ ਪੰਜਾਬੀ 'ਚ ਆਪਾਂ ਸਵੈ ਮਾਣ ਕਹਿੰਦੇ ਆ, ਹਾਂ, ਉਹਦਾ ਰਿਜ਼ਲਟ ਇਹ ਨਿਕਲਦਾ ਕਿ ਜਦੋਂ ਸਵਾਲ ਪੈਦਾ ਹੁੰਦਾ ਇਸ ਗੱਲ ਤੇ ਆਉਂਦਾ ਕਿ ਅਸੀਂ ਰਾਈਟ ਮੂਵਮੈਂਟ ਦੇ ਨਾਲ ਖੜੇ ਹੋਣਾ, ਤੇ ਲੋਕ ਜਿਹੜੇ ਆ ਉਹ ਆਪਣੇ ਰਾਈਟ ਮੂਵਮੈਂਟ ਜਾਂ ਆਪਣੇ ਅਧਿਕਾਰਾਂ ਦੀ ਗੱਲ ਨਹੀਂ ਕਰਦੇ। ਉਹ ਮਿਲਦੇ ਵੀ ਮੈਨੂੰ 5 ਰੁਪਏ ਮਿਲ ਜਾਂਦੇ ਉਹਨਾਂ ਕੋਲ, ਕਿਸੇ ਕੋਲ। ਤੁਸੀਂ ਹੈਰਾਨ ਹੋ ਗਏ। ਲੈਟ ਮੀ ਟੇਕ ਆਊਟ ਵਨ ਲੀਫ ਫਰੋਮ ਮਾਈ ਓਨ ਲਾਈਫ। ਜੇ ਮੈਂ ਪੁਲਿਸ ਤੋਂ ਬਚਿਆ ਰਿਹਾ ਤਾਂ ਉਹਦਾ ਇੱਕੋ ਹੀ ਸਬਬ ਸੀ ਕਿ ਮੇਰੇ ਵਾਈਫ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਮੈਂ ਰਾਤ ਨੂੰ ਕਿੱਥੇ ਜਾ ਕੇ ਸੌਣਾ।
ਉਹਦੀ ਵਜ੍ਹਾ ਇਹ ਸੀ ਕਿ ਜਿਨ੍ਹਾਂ ਮਜ਼ਦੂਰਾਂ ਦੇ ਦੁਨੀਆ ਜਿਹੜੀ ਹਿੰਦੁਸਤਾਨ ਦੇ ਵਿੱਚ ਉਦੋਂ ਹਰਿਆਣਾ ਤੇ ਹਿਮਾਚਲ ਨਹੀਂ ਬਣਿਆ ਸੀ, ਐਡਾ ਵੱਡਾ ਸਟੇਟ ਸੀਗੇ ਉਹ ਪਰਲੇ ਪਾਸੇ ਹਰਿਆਣਾ ਤੱਕ, ਜਿਹੜੀਆਂ ਉੱਥੇ ਫੂਡ ਕਾਰਪੋਰੇਸ਼ਨ ਦੀਆਂ ਯੂਨੀਅਨਾਂ ਬਣਾਉਣ ਵਾਲਾ ਉਹ ਮੈਂ। ਪਰ ਤੁਸੀਂ ਹੈਰਾਨ ਹੋ ਗਏ ਕਿ ਮੇਰੇ ਆਪਣੇ ਲੋਕ ਹੀ ਮੇਰੀ ਮੁਖਬਰੀ ਕਰਦੇ ਸੀ ਕਿ ਅੱਜ ਫਲਾਣੇ ਥਾਂ ਤੇ ਇਹਨੇ ਸੋਣਾ, ਐਂਡ ਆਈ ਵੋਂਟ ਗੋ ਦੇਅਰ, ਆਈ ਨਿਊ, ਕਿਉਂਕਿ ਉਹਨਾਂ ਦੀ ਜ਼ਮੀਰ ਵਿਕੀ ਹੁੰਦੀ। ਅੱਜ ਜਿਹੜਾ ਸਭ ਤੋਂ ਵੱਡਾ ਦੁਖਾਂਤ ਕਿਸਾਨ ਮੋਰਚੇ ਦੇ ਵਿੱਚ, ਪ੍ਰੋਗਰੈਸਿਵ ਮੂਵਮੈਂਟ ਦੇ ਵਿੱਚ ਜਿਹੜਾ ਮੈਨੂੰ ਹਮੇਸ਼ਾ ਟੁੰਬਦਾ ਰਿਹਾ ਉਹ ਇਹੀ ਸੀ ਕਿ ਕਿਸਾਨਾਂ ਦੇ ਜਿਹੜੇ ਲੀਡਰ ਸੀ, ਬੇਸ਼ੱਕ ਉਹ ਮਾਰਕਸਵਾਦੀ ਸੀ ਜਾਂ ਰਾਈਟਿਸਟ ਸੀ ਜਾਂ ਲੈਫਟਿਸਟ ਸੀ ਜਾਂ ਕਿਸਾਨੀ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵਿਕੇ ਹੋਏ ਸੀ। ਇਹ ਚੰਗੀ ਗੱਲ ਹੋਈ ਕਿ ਵਿਚਾਰੇ ਉਹ ਖੜੇ ਰਹੇ ਆਪਣੇ ਪੈਰਾਂ ਤੇ, ਉਹ ਵਿਕਾਊ ਨਹੀਂ ਬਣੇ। ਤੇ ਅੱਜ ਕੁਛ ਨਾ ਕੁਛ ਬੇਸ਼ੱਕ ਉਹਨਾਂ ਨੇ ਆਪਣੀ ਇਲੈਕਸ਼ਨ ਨੂੰ ਬਚਾਉਣ ਲਈ ਕੀਤਾ ਜਾਂ ਕਿਸ ਤਰ੍ਹਾਂ ਉਹਨਾਂ ਨੇ ਵਿਡਰਾਅ ਕੀਤੇ ਬਹੁਤ ਸਾਰੇ ਕਾਨੂੰਨ। ਪਰ ਮੈਂ ਜਦੋਂ ਮੈਂ ਇਹ ਕਹਿੰਦਾ ਸੀਗਾ ਉਹਨਾਂ ਨੂੰ ਉੱਥੇ ਲਿਖਦਾ ਹੁੰਦਾ ਸੀ ਕਿ ਤੁਸੀਂ ਅੱਜ ਪੰਜਾਬ ਦੇ ਵਿੱਚ ਇੱਕ ਕਿਸਾਨ ਮੂਵਮੈਂਟ ਜਾਂ ਇੱਕ ਕਿਸਾਨ ਪਾਰਟੀ ਤਿਆਰ ਕਰੋ, ਇੰਡੀਪੈਂਡੈਂਟ ਆਫ ਮਾਰਕਸਵਾਦ ਔਰ ਫਰੋਮ ਐਨੀ BJP ਔਰ ਐਨੀ ਬਲਾ ਕਮਿਊਨਿਸਟ ਪਾਰਟੀ। ਤੇ ਉਹ ਗੱਲ ਵੀ ਠੀਕ ਆ। ਤੇ ਉਦੋਂ ਉਹ ਲਾਇਰ ਸਿੱਧੂ ਜਿਹੜਾ ਇਹਨਾਂ ਦਾ ਲੀਡਰ ਸੀ, ਉਹਦੇ ਨਾਲ ਮੇਰੀ ਗੱਲਬਾਤ ਹੋਈ ਤਾਂ ਉਹ ਮੈਨੂੰ ਇਹ ਕਹਿੰਦਾ ਸੀ ਤੁਸੀਂ ਇੱਥੇ ਦੀਆਂ ਚੀਜ਼ਾਂ ਉਹ ਨਹੀਂ ਜਾਣਦੇ। ਇੱਥੇ ਦੀ ਹਾਲਾਤ ਇਹ ਆ ਕਿ ਕਿਸਾਨ ਆਪਣੇ ਆਪ ਵੀ ਜਿਹੜੇ ਉਹ ਯੂਨਾਈਟਿਡ ਨਹੀਂ, ਮੇਰੇ ਹੀ ਆਪਣੇ ਦੁਸ਼ਮਣ। ਹਾਂਜੀ, ਔਰ ਮੈਂ ਮਹਿਸੂਸ ਕਰਦਾ ਕਿ ਇਹ ਸਾਰੀ ਦਾ ਸਾਰਾ ਸਾਡਾ ਕਰੈਕਟਰ ਆ। ਸਭ ਤੋਂ ਵੱਡਾ ਗੁਲਾਮੀ ਦਾ ਜਿਹੜਾ ਅਸਰ ਹੁੰਦਾ ਸਾਡੇ ਕਰੈਕਟਰ 'ਤੇ ਹੁੰਦਾ ਕਿ ਸਾਡਾ ਕੋਈ ਕਰੈਕਟਰ ਨਹੀਂ ਰਹਿ ਜਾਂਦਾ ਕਿ ਅਸੀਂ ਇੱਕ ਸੱਚੀ ਗੱਲ ਨਾਲ ਖੜੇ ਹੋ। ਸੱਚ ਕੀ ਮੈਨੇ ਰੱਖਦਾ, ਇੱਕ ਪਿੰਡ ਦੇ ਲੋਕ ਬੰਦੇ ਨੂੰ ਤੁਸੀਂ ਜਾ ਕੇ ਕਹੋ ਲੈ ਵੀ ਆਹ ਵੋਟ ਇੱਥੇ ਫਲਾਣੇ ਥਾਂ ਪਾਉਣੇ, ਤੇ ਆਹ ਲੈ ਤੂੰ ਪਿੰਡ ਦਾ ਸਰਪੰਚ ਹੈਗਾ, ਆਹ ਲੈ 50,000 ਰੁਪਈਆ ਤੇ 1,000 ਇੱਥੇ ਵੰਡਦੇ ਲੋਕਾਂ ਨੂੰ, ਬਾਕੀ ਤੇਰਾ। ਉਹ ਕਹਿੰਦੇ ਅਸੀਂ ਚੱਟਣਾ ਵੋਟ ਨੂੰ, ਜਿੱਥੇ ਕਹੇਗਾ ਪਾ ਦਾਂਗੇ। ਡਾਕਟਰ ਸਾਹਿਬ ਸਮਾਂ ਆਪਣੇ ਕੋਲ ਥੋੜਾ ਜਿਹਾ ਰਹਿ ਗਿਆ, 1-2 ਮਿੰਟ 'ਚ ਮੈਂ ਤੁਹਾਡੇ ਕੋਲੋਂ ਵਾਈਂਡ ਅਪ ਕਰਨਾ ਚਾਹੁੰਦਾ ਇੱਕ ਗੱਲ ਪੁੱਛ ਕੇ ਕਿ ਪੂਰੇ ਭਾਰਤ ਦੇ ਸੰਦਰਭ 'ਚ ਜੇ ਵੇਖੀਏ ਤੇ ਜਿਹੜੀਆਂ ਦੋ ਉੱਥੋਂ ਦੀਆਂ ਰੇਸਿਸ ਨੇ, ਕਹਿ ਲਓ ਜਾਂ ਦੋ ਇਲਾਕੇ ਆ, ਇੱਕ ਬੰਗਾਲ ਤੇ ਇੱਕ ਪੰਜਾਬ, ਉਹ ਆਜ਼ਾਦੀ ਦੀ ਮੂਵਮੈਂਟ ਤੋਂ ਲੈ ਕੇ ਹੁਣ ਤੱਕ ਕਿਤੇ ਨਾ ਕਿਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਰਹਿੰਦੇ ਆ। ਉਹਨਾਂ ਸਟੇਟਾਂ ਨੂੰ ਅਸੀਂ ਪੰਜਾਬੀ 'ਚ ਨਾਬਰ ਸਟੇਟ ਵੀ ਕਹਿ ਸਕਦੇ ਹਾਂ। ਖੈਰ ਪੰਜਾਬੀਆਂ ਦੇ ਤਾਂ ਖੂਨ 'ਚ ਹੀ ਆ ਨਾ, ਦੁੱਲੇ ਭੱਟੀ ਤੋਂ ਲੈ ਕੇ ਤੇ ਪੁਰਾਤਨ ਸਮਿਆਂ ਤੋਂ ਲੈ ਕੇ ਵੀ, ਕਿ ਭਾਵੇਂ ਮੁਗਲ ਸਾਮਰਾਜ ਹੋਵੇ, ਭਾਵੇਂ ਅੰਗਰੇਜ਼ ਸਾਮਰਾਜ ਹੋਵੇ, ਭਾਵੇਂ ਅੱਜ ਦਾ ਹਿੰਦੂਤਵ ਵਾਲਾ ਸਾਮਰਾਜ ਹੋਵੇ, ਪੰਜਾਬੀ ਕਿਹਾ ਜਾਂਦਾ ਸੀ ਕਿ ਗਰਕ ਹੋ ਗਏ ਕਿਉਂਕਿ ਪੰਜਾਬੀਆਂ ਨੂੰ ਉਹ ਦਬਾ ਨਹੀਂ ਸੀ ਸਕਦੇ। ਉਹਨਾਂ ਨੇ ਨਸ਼ਿਆਂ 'ਚ ਗਰਕ ਕੀਤਾ, ਉਹਨਾਂ ਨੂੰ ਹੋਰ ਪੁੱਠੀਆਂ ਲਾਮਤਾਂ 'ਚ ਲਾਇਆ। ਪਰ ਹੁਣ ਦੀ ਮੂਵਮੈਂਟ ਨੇ ਇੱਕ ਵਾਰੀ ਫੇਰ ਸਾਬਤ ਕੀਤਾ ਕਿ ਪੰਜਾਬੀ ਅਜੇ ਵੀ ਕਿਤੇ ਨਾ ਕਿਤੇ ਦਮਖਮ ਰੱਖਦੇ ਨੇ ਕਿ ਉਹ ਮਤਲਬ ਸਟੇਟ ਦੇ ਖਿਲਾਫ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਦਾ ਦਮਖਮ ਰੱਖਦੇ ਨੇ। ਤੁਸੀਂ ਕਿੱਦਾਂ ਵੇਖਦੇ ਹੋ ਆਉਣ ਵਾਲੇ ਸਮੇਂ 'ਚ ਘੱਟੋ ਘੱਟ ਪੰਜਾਬ, ਕਿਉਂਕਿ ਅਸੀਂ ਪਹਿਲੇ ਤੌਰ 'ਤੇ ਪੰਜਾਬ ਨਾਲ ਜੁੜੇ ਹਾਂ, ਭਾਰਤ ਨਾਲ ਤੇ ਜੁੜੇ ਹਾਂ, ਪੰਜਾਬ ਸਾਡੀ ਭੂਮੀ ਆ ਤੇ ਉਹਦੇ ਨਾਲ ਅਸੀਂ ਬਹੁਤ ਸਨੇਹ ਰੱਖਦੇ ਹਾਂ, ਪੰਜਾਬ ਦਾ ਭਵਿੱਖ ਕਿੱਥੇ ਕੁ ਦੇਖਦੇ ਹੋ ਤੁਸੀਂ? ਵੇਖੋ, ਬੰਗਾਲ ਦੇ ਵਿੱਚ ਦੀਦੀ ਜੀ ਆਮ ਤੌਰ 'ਤੇ ਮਸ਼ਹੂਰ ਹੈ। ਦੀਦੀ ਜੀ ਸਾਰੇ ਹਿੰਦੁਸਤਾਨ ਤੇ ਸਾਰੇ ਹਿੰਦੂਤਵਾਦ ਦਾ BJP ਨਾਲ, ਮੋਦੀ ਦੇ ਨਾਲ ਟੱਕਰ ਲੈਣ ਨਹੀਂ ਖੜੀ ਆ। ਹੋ ਸਕਦਾ ਜੇ ਕੱਲ੍ਹ ਉੱਥੇ ਦੀ ਗੌਰਮੈਂਟ ਟੁੱਟ ਜਾਏ ਤੇ ਉਹ ਦੀਦੀ ਜਿਹੜੀ ਹੈ ਉਹ ਪ੍ਰਾਈਮ ਮਿਨਿਸਟਰ ਬਣੇ ਹਿੰਦੁਸਤਾਨ। ਰਹਿ ਗਈ ਪੰਜਾਬ ਦੀ ਹਾਲਤ। ਪੰਜਾਬ ਦੇ ਵਿੱਚ ਜਿੰਨਾ ਚਿਰ ਲੋਕ ਰਾਜ ਜਾਂ ਲੋਕਾਂ ਨੇ ਉੱਠ ਕੇ ਆਪਣੀ ਮੂਵਮੈਂਟ ਨੂੰ ਸਾਹਮਣੇ ਨਾ ਲਿਆਂਦਾ ਜੀ, irrespective to the fact ਕਿ ਕਮਿਊਨਿਸਟ ਹੋਏ ਜਾਂ ਫਲਾਣੇ ਹੋਏ ਜਾਂ ਉਹ ਬਲਾ ਬਲਾ ਬਲਾ, ਨੋ ਨਾ ਅਕਾਲੀ। ਜੇ ਕਿਸਾਨਾਂ ਨੇ ਆਪ ਆਪਣੇ ਹੱਥ 'ਚ ਤਾਕਤ ਲੈ ਕੇ ਪੰਜਾਬ 'ਤੇ ਕਬਜ਼ਾ ਨਾ ਕੀਤਾ ਡੈਮੋਕ੍ਰੈਟਿਕ ਸਿਸਟਮ ਦੇ ਨਾਲ, ਤੇ ਫਿਰ ਆਉਣ ਵਾਲੇ ਵਕਤ ਦੇ ਵਿੱਚ ਕੁਛ ਨਹੀਂ ਹੋ ਸਕਦਾ। ਕਿਉਂਕਿ ਹਿੰਦੁਸਤਾਨ ਦੇ ਵਿੱਚ ਜੇ ਕਿਤੇ ਮੂਵਮੈਂਟ ਉੱਠਣੀ ਆ ਤੇ ਉਹ ਅੱਜ ਉੱਠੇ ਜਾਂ ਕੱਲ੍ਹ ਉੱਠੇ, ਉਹ ਪੰਜਾਬ 'ਚ ਉੱਠਣੀ ਤੇ ਜਾਂ ਬੰਗਾਲ 'ਚ ਉੱਠਣੀ, ਹੋਰ ਕਿਤੇ ਨਹੀਂ। ਮੈਂ ਇਹੀ ਜਾਣਨਾ ਚਾਹੁੰਦਾ ਵੀ ਜਿਹੜਾ ਸਾਡਾ ਖਾਸਾ ਆ, ਜਿਹੜਾ ਸਾਡਾ ਨਾਬਰ ਹੋਣ ਦਾ, ਬਾਗੀ ਹੋਣ ਦਾ, ਕਿਉਂਕਿ ਪੰਜਾਬੀ ਸੁਭਾਅ ਪੱਖੋਂ ਬਾਗੀ ਆ, ਉਹ ਕਿਤੇ ਵੀ ਕਿਤੇ ਵਧੀਕੀ ਬਰਦਾਸ਼ਤ ਨਹੀਂ ਕਰਦਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਭਵਿੱਖ ਵਿੱਚ ਵੀ ਪੰਜਾਬ ਭਾਰਤ ਨੂੰ ਲੀਡ ਕਰੂਗਾ? ਜਿਹੜਾ ਸੈਂਟਰਲ ਭਾਰਤ ਆ, ਜਦੋਂ ਆਪਾਂ UP, ਬਿਹਾਰ ਜਾਂ ਇੱਥੋਂ ਤੱਕ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉਹਨਾਂ ਨੂੰ ਵੀ ਦੇਖਦੇ ਹਾਂ, ਤੇ ਉਹ ਕਿਤੇ ਨਾ ਕਿਤੇ ਹਰ ਵਧੀਕੀ ਨੂੰ ਸਹਿਣ ਕਰ ਜਾਂਦੇ ਆ। ਉਹਦੀ ਵਜ੍ਹਾ ਇਹੋ ਹੀ ਹੈ ਨਾ ਕਿ ਜੇ ਪੰਜਾਬ ਦੇ ਵਿੱਚ ਅਸੀਂ ਨਹੀਂ ਸਹਿਣ, ਪੰਜਾਬ ਦੀ ਹਾਲਤ ਇੰਨੀ ਭੈੜੀ ਆ
ਤੇ ਬਾਕੀ ਸਟੇਟ ਜਿਹੜੀ ਪਾਵਰਟੀ ਲਾਈਨ ਦੇ ਉੱਤੇ ਉਹਨਾਂ ਦੇ ਵਿੱਚ ਕੀ ਸੀ। ਮੈਂ ਇੱਕ ਸ਼ੇਰ ਆਪਣਾ ਹੀ ਤੁਹਾਨੂੰ ਸੁਣਾ ਕੇ ਫਿਰ ਫਿਨਿਸ਼ ਕਰਦੇ ਹਾਂ ਕਿ ਅੱਜ ਜੇ ਅੱਖ ਹੈਗੀ ਆ ਨਾ ਸਾਰੀ ਦੀ ਸਾਰੀ ਹਿੰਦੁਸਤਾਨ ਪੰਜਾਬ ਦੇ ਉੱਤੇ ਹੀ ਆ, ਕਿਉਂਕਿ ਜਦੋਂ ਮੂਵਮੈਂਟ ਉੱਠੀ ਇੱਥੋਂ ਹੀ ਉੱਠਣੀ ਆ। ਤੇ ਮੈਂ ਬਹੁਤ ਇੱਕ ਲੰਮੀ ਕਵਿਤਾ ਸੀ, ਉਹਦਾ ਮੈਨੂੰ ਸ਼ੇਰ ਯਾਦ ਆ ਗਿਆ। ਤੁਹਾਡੀ ਪੋਜੀਸ਼ਨ ਡਾਕਟਰ ਸਾਹਿਬ ਹੌਲੀ ਹੌਲੀ ਤੁਸੀਂ ਥੋੜਾ ਜਿਹਾ ਰਾਈਟ ਸਾਈਡ ਆਪਣੀ ਤੋਂ ਹੋ ਜਾਓ, ਤੁਸੀਂ ਸਕਰੀਨ ਤੋਂ ਲੰਬੇ ਜਾ ਰਹੇ ਹੋ। ਹਾਂਜੀ ਇੱਥੇ ਜਾ ਜਾਓ। ਹਾਂਜੀ ਠੀਕ ਹੈ ਜੀ। ਦੈਟਸ ਰਾਈਟ। ਹਾਂਜੀ ਉਹ ਇਹ ਇਸ ਤਰ੍ਹਾਂ ਕਿ ਜਿੱਦਾਂ ਇੱਕ ਪਿੰਜਰਾ ਹੈ ਨਾ, ਹੁਣ ਸਾਰੀ ਦੀ ਸਾਰਾ ਹਿੰਦੁਸਤਾਨ ਜੇਲ੍ਹ ਤਾਂ ਬਣਿਆ ਹੋਇਆ, ਤਾਂ ਉਹਨਾਂ ਨੂੰ ਲੋਕਾਂ ਦੇ ਮਰਨ ਜਾਂ ਲੋਕਾਂ ਨੂੰ ਕੈਦ ਕਰਨ ਲਈ ਕੋਈ ਤਕਲੀਫ ਨਹੀਂ। ਉਹਨਾਂ ਨੂੰ ਇਹ ਹੈ ਕਿ ਸਾਡੇ ਪਿੰਜਰੇ ਦਾ ਕੀ ਮੁੱਲ ਪੈਣਾ। ਹਾਂਜੀ। ਤੇ ਉਹ ਮੇਰਾ ਇੱਕ ਸ਼ੇਰ ਆ, ਜਦੋਂ ਕਿਸਾਨੀ ਮੂਵਮੈਂਟ ਸੀ ਉਹਦੇ 'ਚ ਹੀ ਲਿਖਿਆ ਸੀ ਇੱਕ ਨਜ਼ਮ, ਤਾਂ ਉਹਦਾ ਇਹ ਸ਼ੇਰ ਆ ਕਿ ਉਡਾਰੂ ਹੋ ਗਏ ਪੰਛੀ, ਉਡਾਰੂ ਹੋ ਗਏ ਪੰਛੀ ਤੇ ਪਿੰਜਰੇ ਦਾ ਕੀ ਮੁੱਲ ਪੈਣਾ। ਉਡਾਰੂ ਹੋ ਗਏ ਪੰਛੀ ਤੇ ਪਿੰਜਰੇ ਦਾ ਕੀ ਮੁੱਲ ਪੈਣਾ। ਚਲੋ ਫਿਰ ਕੁੰਦਿਆਂ ਤੋਂ ਜ਼ਰਾ ਕੋ ਕੱਟ ਦਿੰਦੇ ਹਾਂ, ਜ਼ਰਾ ਕੋ ਛਾਂਗ ਦਿੰਦੇ ਹਾਂ। ਚਲੋ ਫਿਰ ਰਿਪੀਟ ਕਰਿਓ। Amen. Thank you. Thank you very much. ਓਕੇ ਡਾਕਟਰ ਸਾਹਿਬ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ, ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਧੰਨਵਾਦ। ਥੈਂਕ ਯੂ ਜੀ, ਫਿਰ ਮਿਲਾਂਗੇ। ਥੈਂਕ ਯੂ, ਬਾਏ ਬਾਏ।